है। एक होर मैं बेनती करता जावां, 1947 तो लैके 1984 तक संखेप रूप दे विच कहंदे जे समय ना 1947 तो बाद आपां वेखदे हां पहलां अंग्रेज़ां दे अधीन सारा हिंदुस्तान सी और जदों ये अंग्रेज़ां ने तीन कौमां दा जिहड़ा भविख सी ना, तीन कौमां दा फैसला हो रहा सी, एक हिंदुआं दा, मुसलमानां दा ते सिखां दा, तीन कौमां दे भविख दा फ्यूचर दा फैसला हो रहा सी। तां ओह अंग्रेज़ां ने सारिआं नूं बुलाया, अली मिस्टर जिन्हां नूं भी बुलाया गया, कोल कहंदे नेहरू भी बैठा है ते लागे कहंदे सिखां दा अखौती लीडर। सिख डामाडोल उदों तो लैके हुण तक इक्को ही लीडर मिलिया सी, बाबा जरनैल सिंह, इक्को ही लीडर मिलिया सी। उदों बाद सिखां नूं कोई लीडर नहीं मिलिया। उदों बाद सारे सरकारां दे झोली चुक मिले। ये जिहड़ी कौम है ना, ये तां ही डामाडोल हो रही है, सिखां नूं मुड़ के लीडर ही कोई नहीं मिलिया। कहंदे उस समय सिखां दा लीडर सी आगू बलदेव सिंह। इन्हां तिन्नां नूं जदों बुलाया गया ना, सब तो पहलां कहंदे गल कीती गई गोरियां ने, उन मिस्टर जिन्हां नूं अपने कोल बुलाया, कहण लगे भी वेखो असीं अज तुहाडे तिन्नां कौमां दे फ्यूचर भविख दी अज इत्थे असीं फैसला करना है, तुहानूं वक्खो वखरा असीं देश देना, तुसीं मंनदे हो? पर कहंदे नेहरू एकदम ताड़ गया ते नेहरू कहंदे मिस्टर जिन्हां नूं भी कहंदा, बलदेव सिंह नूं भी कहंदा ते उस गोरे नूं भी कहंदा, ऑफिसर नूं कहंदा जी नहीं सानूं कुछ नहीं चाहीदा, असीं जिहड़ा है ना ਇਹ ਅਸੀਂ ਵੋਟਾਂ ਦੇ ਆਧਾਰ ਤੇ ਕਹਿੰਦੇ ਆਪਣਾ ਮੁਲਕ ਬਣਾਵਾਂਗੇ। ਇਹ ਜਿਹੜਾ ਨਹਿਰੂ ਸੀ ਨਾ, ਇਹ ਚਲਾਕ ਬਹੁਤ ਸੀ। ਬਾਹਮਣ ਲੋਕ ਉਸ ਸਮੇਂ ਚਲਾਕ ਬਹੁਤ ਸਨ, ਮੈਂ ਕੁਝ ਕੁ ਨੂੰ ਕਹਿ ਰਿਹਾ, ਬਹੁਤਿਆਂ ਨੂੰ ਨਹੀਂ। ਇਹ ਚਲਾਕ ਬਹੁਤ ਸੀ। ਇਹ ਕਹਿਣ ਲੱਗਾ ਨਹੀਂ ਸਾਨੂੰ ਰਾਜ ਭਾਗ ਨਹੀਂ ਚਾਹੀਦਾ, ਅਸੀਂ ਵੋਟਾਂ ਪਵਾਵਾਂਗੇ, ਵੋਟਾਂ ਦੇ ਆਧਾਰ ਤੇ ਅਸੀਂ ਮੁਲਕ ਹੈ ਜਿਹੜਾ ਉਹ ਤੈਅ ਕਰ ਲਾਂਗੇ। ਪਰ ਕਹਿੰਦੇ ਜਿਹੜਾ ਮਿਸਟਰ ਜਿਨਾਹ ਸੀ ਨਾ, ਮਿਸਟਰ ਅਲੀ, ਉਹ ਕਹਿੰਦੇ ਪੜ੍ਹਿਆ ਲਿਖਿਆ ਬੰਦਾ ਸੀ। ਉਹ ਕਹਿਣ ਲੱਗਾ ਨਹਿਰੂ ਨਹੀਂ। ਗੋਰਿਆਂ ਨੂੰ ਵੀ ਕਹਿੰਦਾ ਨਹੀਂ, ਬਿਲਕੁਲ ਨਹੀਂ। ਜਿਹੜਾ ਨਹਿਰੂ ਸੀ ਉਹ ਚਾਹੁੰਦਾ ਸੀ ਵੀ ਹਿੰਦੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਦੋਂ ਵੋਟਾਂ ਪਾਈਆਂ ਜਾਣਗੀਆਂ ਤਾਂ ਫਿਰ ਨਾਲ ਦੀ ਨਾਲ ਕਹਿੰਦੇ ਹਿੰਦੂ ਤਾਂ ਆਪਣੇ ਆਪ ਹੀ ਨੂੰ ਹਿੰਦੁਸਤਾਨ ਮਿਲ ਜਾਣਾ ਹੈ, ਨਾ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਣਾ, ਨਾ ਸਿੱਖਾਂ ਨੂੰ ਆਪਣਾ ਮੁਲਕ ਮਿਲਣਾ ਹੈ। ਪਰ ਕਹਿੰਦੇ ਨਹਿਰੂ ਬੜਾ ਸਿਆਣਾ ਸੂਝਵਾਨ ਸੀ। ਉਹ ਕਹਿੰਦਾ ਨਹੀਂ ਅਸੀਂ ਵੋਟਾਂ ਦੇ ਆਧਾਰ ਤੇ ਨਹੀਂ, ਸਾਨੂੰ ਕਹਿੰਦੇ ਆਪਣਾ ਮੁਲਕ ਚਾਹੀਦਾ ਹੈ। ਕਹਿੰਦੇ ਉਸ ਸਮੇਂ ਇੰਗਲੈਂਡ ਇੱਕ ਮੀਟਿੰਗ ਸੱਦੀ ਗਈ। ਇੰਗਲੈਂਡ ਦੇ ਵਿੱਚ ਕਹਿੰਦੇ ਮਿਸਟਰ ਜਿਨਾਹ ਨੂੰ ਬੁਲਾਇਆ ਗਿਆ। ਇਹ ਨਹਿਰੂ ਵੀ ਉੱਥੇ ਪਹੁੰਚਿਆ ਤੇ ਬਲਦੇਵ ਸਿੰਘ, ਇਹ ਤਿੰਨੇ ਜਹਾਜ਼ੇ ਬੈਠੇ। ਕਹਿੰਦੇ ਮੀਟਿੰਗ ਕੀਤੀ ਗਈ, ਪਰ ਕਹਿੰਦੇ ਉੱਥੇ ਇੱਕ ਗੱਲ ਫਿਰ ਨਹਿਰੂ ਨੇ ਆਖੀ ਕਿ ਮਿਸਟਰ ਜਿਨਾਹ ਤੂੰ ਮੁਲਕ ਲੈ ਕੇ ਕੀ ਕਰੇਂਗਾ, ਤੁਹਾਡੀ ਮੁਸਲਮਾਨਾਂ ਦੀ ਕਿੱਡੀ ਕੁ ਗਿਣਤੀ ਹੈ, ਤੁਸੀਂ ਸਾਡੇ ਨਾਲ ਹੀ ਰਹਿ ਪਓ, ਤੁਸੀਂ ਕੀ ਕਰੋਗੇ? ਮੁਲਕ ਚਲਾਉਣ ਵਾਸਤੇ ਬੜੀ ਪਾਵਰ ਚਾਹੀਦੀ ਹੈ, ਫੌਜਾਂ ਚਾਹੀਦੀਆਂ ਨੇ, ਧਨ ਸੰਪਤੀ ਚਾਹੀਦੀ ਹੈ, ਬੜਾ ਕੁਝ ਚਾਹੀਦਾ ਤਾਂ ਮੁਲਕ ਚੱਲਦੇ, ਮੁਲਕ ਐਦਾਂ ਨਹੀਂ ਚੱਲਦੇ। ਕਹਿੰਦੇ ਉਸ ਸਮੇਂ ਮਿਸਟਰ ਜਿਨਾਹ ਨੇ ਆਪਣੇ ਬੋਝੇ ਵਿੱਚੋਂ ਰੁਮਾਲ ਕੱਢਿਆ, ਝਾੜ ਕੇ ਰੁਮਾਲ ਕਹਿੰਦੇ ਟੇਬਲ ਤੇ ਵਿਛਾ ਦਿੱਤਾ ਤੇ ਕਹਿਣ ਲੱਗਾ ਨਹਿਰੂ ਨੂੰ, ਕਹਿਣ ਲੱਗਾ ਬਲਦੇਵ ਸਿੰਘ ਨੂੰ, ਕਹਿੰਦੇ ਬਸ ਐਡਾ ਕੀ ਮੁਲਕ ਮਿਲ ਜੇ ਨਾ ਉਹੀ ਬਹੁਤ ਹੈ, ਭਾਵੇਂ ਛੋਟਾ ਪਰ ਹੋਵੇਗਾ ਤਾਂ ਨਾ ਆਪਣਾ। ਤੇ ਜਦੋਂ ਆਪਣੀ ਚੀਜ਼ ਜਿਹੜੀ ਹੁੰਦੀ ਹੈ ਨਾ, ਭਾਵੇਂ ਛੋਟੀ ਹੋਵੇ ਤੇ ਉਹਦੇ ਵਿੱਚ ਹੀ ਸਕੂਨ ਤੇ ਮੌਜ ਹੋਇਆ ਕਰਦੀ ਹੈ। ਉਹ ਅੜਿਆ ਰਿਹਾ, ਕਹਿੰਦਾ ਨਹੀਂ ਮੈਨੂੰ ਤਾਂ ਆਪਣਾ ਹੀ ਮੁਲਕ ਚਾਹੀਦਾ ਹੈ। ਤੇ ਜੇ ਉਹ ਅੜਿਆ ਰਿਹਾ ਤੇ ਆਪਣਾ ਮੁਲਕ, ਭਾਵੇਂ ਉਹਨੂੰ ਗਰੀਬ ਕਹਿੰਦੇ ਆ, ਜੋ ਮਰਜ਼ੀ ਕਹਿੰਦੇ ਆ, ਉੱਥੇ ਜਾ ਕੇ ਹਿੰਦੂ ਸਾਮਰਾਜ ਪਾਕਿਸਤਾਨ ਵਿੱਚ ਖੰਘ ਥੋੜੀ ਸਕਦਾ ਹੈ। ਉਹਨਾਂ ਨੂੰ ਆਪਣਾ ਮੁਲਕ ਮਿਲ ਗਿਆ, ਉਹਨੇ ਆਪਣਾ ਮੁਲਕ ਲੈ ਲਿਆ। ਤੇ ਜਦੋਂ ਬਲਦੇਵ ਸਿੰਘ ਨੂੰ ਪੁੱਛਣ ਲੱਗੇ ਨਾ, ਜਦੋਂ ਗੋਰਾ ਪੁੱਛਣ ਲੱਗਿਆ ਤੇ ਨਹਿਰੂ ਚਲਾਕ ਸੀ, ਉਹ ਬੋਝ ਕੇ ਜੇ ਕਹਿੰਦਾ ਵੀ ਇੱਧਰ ਆ, ਨਾਲ ਲੈ ਗਿਆ। ਕਹਿੰਦਾ ਬਲਦੇਵ ਸਿੰਘ ਆਪਣਾ 9 ਮਾਸ ਦਾ ਰਿਸ਼ਤਾ ਆਪਣਾ, ਤੂੰ ਕਿਹੜੇ ਚੱਕਰਾਂ ਵਿੱਚ ਪਿਆ? ਤੁਸੀਂ ਆਪਣਾ ਮੁਲਕ ਅੱਡ ਲੈ ਕੇ ਕੀ ਕਰੋਗੇ? ਤੁਸੀਂ ਇਉਂ ਕਰੋ, ਕਿਉਂਕਿ ਕਲਕੱਤੇ ਬੰਗਾਲ ਦੇ ਵਿੱਚ ਕਹਿੰਦੇ ਬਲਦੇਵ ਸਿੰਘ ਦੀਆਂ ਫੈਕਟਰੀਆਂ ਬਹੁਤ ਵੱਡੀਆਂ ਸਨ। ਨਹਿਰੂ ਕਹਿਣ ਲੱਗਾ ਵੀ ਜੋ ਤੈਨੂੰ ਚਾਹੀਦਾ, ਤੈਨੂੰ ਦੁੱਗਣਾ ਧਨ ਦੌਲਤ ਸਰਮਾਇਆ ਜੋ ਵੀ ਚਾਹੀਦਾ, ਜਿੰਨੀ ਤੂੰ ਐਸ਼ ਮੌਜ ਕਰ ਸਕਦਾ ਤੈਨੂੰ ਸਭ ਕੁਝ ਮਿਲੇਗਾ। ਪਰ ਬਲਦੇਵ ਸਿੰਘ ਤੂੰ ਆਪਣੇ ਵੱਖਰੇ ਮੁਲਕ ਦੀ ਗੱਲ ਨਾ ਕਰ, ਤੂੰ ਚੰਗਾ ਰਹੇਗਾ। ਕਹਿੰਦੇ ਜਦੋਂ ਬੰਦੇ ਨੂੰ ਇੰਨਾ ਕੁ ਲਾਲਚ ਦੇ ਦਿੱਤਾ ਜਾਏ ਨਾ, ਕਿਉਂਕਿ ਅੱਜ ਜੇ ਆਪਾਂ ਵੇਖਦੇ ਵੀ ਹਾਂ ਨਾ, ਜੇ ਆਪਾਂ ਗੱਲ ਕਰਦੇ ਹਾਂ, ਜਦੋਂ ਇਤਿਹਾਸ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਜਿਹੜੇ ਲੋਕਾਂ ਦੀ ਜ਼ਮੀਰ ਵਿਕ ਜਾਂਦੀ ਹੈ ਤੇ ਉਹਨਾਂ ਲੋਕਾਂ ਨੂੰ ਫਿਰ ਬਾਅਦ ਵਿੱਚ ਕੋਈ ਯਾਦ ਨਹੀਂ ਕਰਦਾ। ਕਹਿੰਦੇ ਬਲਦੇਵ ਸਿੰਘ ਦੀ ਜ਼ਮੀਰ ਵਿਕ ਗਈ। ਉਹ ਸਿੱਖ ਕੌਮ ਦੇ ਸਰਮਾਏ ਨੂੰ, ਸਿੱਖ ਕੌਮ ਦੀ ਪੂੰਜੀ ਨੂੰ,
ਤੇ ਆਪਣੇ ਮੁਲਕ ਨੂੰ ਕਹਿੰਦੇ ਬਲਦੇਵ ਸਿਉ ਨੇ ਨਹਿਰੂ ਦੇ ਗਹਿਣੇ ਕਰ ਦਿੱਤਾ, ਕੇਵਲ ਤੇ ਕੇਵਲ ਆਪਣੇ ਸਵਾਰਥ ਦੇ ਲਈ। ਭਾਵੇਂ ਉਸ ਗੋਰੇ ਨੇ ਬਾਰ-ਬਾਰ ਆਖਿਆ ਸੀ, ਜਨਾਬ ਵੀ ਕਹਿੰਦਾ ਰਿਹਾ, ਬਲਦੇਵ ਸਿਆਂ ਤੂੰ ਧੋਖੇ ਵਿੱਚ ਹੈ, ਵੇਖੀ ਤੂੰ ਧੋਖਾ ਖਾਏਂਗਾ। ਇਹ ਕੇਵਲ ਤੂੰ ਨਹੀਂ ਧੋਖਾ, ਇਹ ਧੋਖਾ ਤੇਰੀ ਕੌਮ ਦੇ ਨਾਲ ਹੋਵੇਗਾ ਤੇ ਤੈਨੂੰ ਕੌਮ ਨੇ ਸਦੀਆਂ ਤੱਕ ਲਾਹਨਤਾਂ ਪਾਉਣੀਆਂ ਤੇ ਤੈਨੂੰ ਕਿਸੇ ਨੇ ਯਾਦ ਨਹੀਂ ਕਰਨਾ। ਕਹਿੰਦੇ ਨਹਿਰੂ ਨਾ ਫਿਰ ਬਲਦੇਵ ਸਿਉ ਨੂੰ ਗੱਲਾਂ ਕਰ ਕਰਕੇ ਲਾਲਚ ਸਵਾਰਥ ਦੇ ਕੇ ਉਹਨੇ ਇੰਗਲੈਂਡ ਤੋਂ ਜਹਾਜ਼ੇ ਬਿਠਾਇਆ ਤੇ ਸਿੱਧਾ ਕਲਕੱਤੇ ਭੇਜ ਦਿੱਤਾ। ਹੁਣ ਜਿਨ੍ਹਾਂ ਨੂੰ ਸਵਾਰਥ ਦੀ ਤੇ ਲੋਭ ਤੇ ਲਾਲਚ ਦੇ ਟੁੱਕੜ ਖਾਣ ਦੀ ਆਦਤ ਪਈ ਹੋਵੇ, ਅੱਜ ਤੁਸੀਂ ਦੇਖਦੇ ਹੀ ਪਏ ਹੋ, ਜਿਹੜਾ ਬਾਬਾ ਜਰਨੈਲ ਸਿੰਘ ਜਿਹਦੇ ਪੈਰਾਂ ਦੇ ਵਿੱਚ ਆ ਵੱਡੇ ਵੱਡੇ ਅਖੌਤੀ ਲੀਡਰ ਜਿੰਨੇ ਸਨ ਪੈਰਾਂ ਵਿੱਚ ਬਹਿੰਦੇ ਸਨ, ਤੇ ਹੁਣ ਤੁਸੀਂ ਵੇਖ ਲਓ ਬਾਬਾ ਜਰਨੈਲ ਸਿੰਘ ਦੇ ਪੈਰਾਂ ਦੇ ਵਿੱਚ ਇਹ ਲੀਡਰ ਬਹਿੰਦੇ ਸਨ ਤੇ ਅੱਜ ਲੀਡਰਾਂ ਦੇ ਪੈਰਾਂ ਵਿੱਚ ਕੌਣ ਬਹਿੰਦਾ, ਇਹ ਹੁਣ ਮੈਂ ਨਹੀਂ ਕਹਿਣਾ, ਇਹ ਤੁਹਾਨੂੰ ਆਪ ਨੂੰ ਪਤਾ ਹੈ। ਐਡਾ ਵੱਡਾ ਉਹ ਮਹਾਨ ਯੋਧਾ ਸੀ, ਇੱਥੋਂ ਤੱਕ ਵੀ ਜਦੋਂ ਉਹਨੂੰ ਇਹ ਵੀ ਆਖਿਆ ਗਿਆ, ਜਦੋਂ ਪਹਿਲੀ ਦਫਾ ਉਹਨਾਂ ਨੇ ਤਕਰੀਰ ਦਿੱਤੀ ਸੀ ਮੰਜੀ ਸਾਹਿਬ ਦੀਵਾਨ ਹਾਲ, ਤੇ ਇਹ ਗੱਲ ਕਹਿੰਦੇ ਬਾਦਲ ਨੇ ਉੱਠ ਕੇ ਆਖੀ ਸੀ ਜਦੋਂ ਉਹਦਾ ਪ੍ਰਚਾਰ ਸੁਣਿਆ ਸੀ ਨਾ, ਐਸਾ ਗੁਰਬਾਣੀ ਦੀ ਗੁਰਮਤ ਦੀ ਗੱਲ ਹੁਣ ਤੇ ਕੋਈ ਕਰਨ ਨੂੰ ਤਿਆਰ ਨਹੀਂ। ਜਿੱਦਾਂ ਦਾ ਬੰਦਾ ਬੈਠਾ ਹੁੰਦਾ ਮੇਰੇ ਵਰਗਾ ਉਦਾਂ ਦੀ ਟੇਪ ਪਾ ਦਿੰਦਾ ਹੈ। ਉਦਾਂ ਦੀ ਦੋ ਚਿੱਪਾਂ ਰੱਖੀਆਂ ਹੁੰਦੀਆਂ, ਇੱਕ ਲੀਡਰਾਂ ਵਾਲੀ, ਇੱਕ ਦੁਨੀਆ ਵਾਲੀ, ਗੁਰੂ ਵਾਲੀ। ਖੈਰ ਜਦੋਂ ਉਹਨਾਂ ਨੇ ਉੱਥੇ ਗੁਰਮਤ ਦੀ ਗੱਲ ਕੀਤੀ ਸੀ ਤੇ ਉਦੋਂ ਗੱਲ ਇਹ ਆਖੀ ਸੀ, ਇਹਨਾਂ ਸਰਕਾਰਾਂ ਨੇ ਕਹਿੰਦੇ ਮੰਗੋ ਤੁਸੀਂ ਕੀ ਮੰਗਦੇ ਹੋ, ਤਾਂ ਅੱਗੋਂ ਫਿਰ ਬਾਬਾ ਜਰਨੈਲ ਸਿੰਘ ਨੇ ਆਖਿਆ ਸੀ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗਦੇ, ਅਸੀਂ ਸਰਕਾਰਾਂ ਤੋਂ ਕੁਝ ਨਹੀਂ ਮੰਗਦੇ, ਅਸੀਂ ਜੇ ਮੰਗਦੇ ਹਾਂ, ਅਸੀਂ ਜੇ ਮੰਗਤੇ ਹਾਂ, ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਮੰਗਤੇ ਆ। ਉਹ ਯੋਧਾ ਤਾਂ ਗੁਰੂ ਰਾਮਦਾਸ ਜੀ ਦੇ ਦਰ ਦਾ ਮੰਗਤਾ ਸੀ, ਪਰ ਕੁਝ ਲੋਕ ਹੁਣ ਕਹਿੰਦੇ ਉਹਨਾਂ ਦੇ ਮੰਗਤੇ ਬਣ ਗਏ। ਇਸੇ ਲਈ ਹੁਣ ਉਹਨਾਂ ਦੀ ਗੱਲ ਕਰਨ ਨੂੰ ਜੀ ਨਹੀਂ ਕਰਦਾ। ਇੱਕੋ ਹੀ ਯੋਧਾ ਆਇਆ ਸੀ, ਮੁੜ ਕੇ ਬਾਅਦ ਵਿੱਚ ਨਹੀਂ ਕੋਈ ਆਇਆ। ਖੈਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਕਹਿੰਦੇ ਬਲਦੇਵ ਸਿੰਘ ਕਲਕੱਤੇ ਪਹੁੰਚ ਗਿਆ, ਇਹ ਚੁੱਪ ਕਰ ਗਿਆ ਨੇ ਆਪਣੀ ਰਾਜ ਭਗਤੀ ਕੋਈ ਗੱਲ ਨਹੀਂ ਕੀਤੀ। ਕਹਿੰਦੇ ਜਦੋਂ ਇਹ ਬਲਦੇਵ ਸਿੰਘ ਮਰਨ ਲੱਗਿਆ ਸੀ ਨਾ, ਕਪੂਰ ਲਿਖਦਾ ਇਹ ਗੱਲ 100 ਸਾਖੀ ਵਿੱਚ, ਕਿਉਂਕਿ ਉਹਦੇ ਵਿੱਚ ਹੀ ਜਿਹੜੇ 17-18 ਮਤੇ ਨਾ ਆਨੰਦਪੁਰ ਦੇ, ਉਹਦੇ ਵਿੱਚ ਹੀ ਜ਼ਿਕਰ ਕੀਤਾ ਗਿਆ ਹੈ। ਕਪੂਰ ਲਿਖਦਾ ਕਹਿੰਦੇ ਬਲਦੇਵ ਸਿੰਘ ਜਦੋਂ ਮਰਨ ਲੱਗਿਆ ਨਾ, ਇੰਨੀ ਗੱਲ ਉਹ ਕਹਿ ਗਿਆ, ਕਹਿੰਦਾ ਭਾਵੇਂ ਮੈਂ ਆਪਣੇ ਸਵਾਰਥ ਲਈ, ਆਪਣੇ ਰਾਜ ਭਾਗ ਲਈ, ਆਪਣੀ ਧਨ ਦੌਲਤ ਫੈਕਟਰੀਆਂ ਦੇ ਬਦਲੇ ਇਹ ਸਾਰਾ ਕੁਝ ਮੈਂ ਕਰ ਤਾਂ ਲਿਆ, ਪਰ ਕਹਿੰਦਾ ਮੈਂ ਇਹ ਸਿੱਖਾਂ ਦੇ ਲਈ ਇੱਕ ਇਹੋ ਜਿਹਾ ਬੀਜ ਬੀਜ ਗਿਆ ਕਿ ਸਿੱਖ ਕੌਮ ਮੈਨੂੰ ਕਦੇ ਵੀ ਮੇਰਾ ਸਤਿਕਾਰ ਨਹੀਂ ਕਰੇਗੀ। ਕਿਰਤ ਘਣਨ ਦਾ ਮੈਂ ਬੀਜ ਗਿਆ। ਰਹਿੰਦੀ ਦੁਨੀਆ ਤੱਕ ਮਰਦਾ ਉਹਨੂੰ ਅਹਿਸਾਸ ਹੋ ਗਿਆ ਆਪਣੇ ਕੀਤੇ ਗੁਨਾਹਾਂ ਤੇ ਔਗਣਾਂ ਦਾ। ਮਰਦਿਆਂ ਇਹ ਗੱਲ ਕਹਿ ਗਿਆ, ਮੈਂ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਧੋਖਾ ਤੇ ਧਰੋਹ ਕੀਤਾ ਹੈ, ਮੈਨੂੰ ਕੌਮ ਕਦੇ ਮਾਫ ਨਹੀਂ ਕਰੇਗੀ। ਮੈਂ ਆਪਦੀਆਂ ਚੰਨ ਫੈਕਟਰੀਆਂ ਦੇ ਬਦਲੇ ਕਹਿੰਦੇ ਆ ਕੌਮ ਦੀ ਪਿੱਠ ਦੇ ਵਿੱਚ ਤੇ ਕੌਮ ਦੀਆਂ ਜੜ੍ਹਾਂ ਦੇ ਵਿੱਚ ਮੈਂ ਤੇਲ ਪਾ ਚੱਲਿਆ। ਤੇ ਵਾਕਈ ਉਹ ਪਾ ਕੇ ਵੀ ਗਿਆ ਤੇ ਕੌਮ ਸਦੀਆਂ ਤੱਕ ਬਲਦੇਵ ਸਿੰਘ ਨੂੰ ਤੇ ਯਾਦ ਨਹੀਂ ਕਰੇਗੀ। ਤੇ ਕੁਲਦੀਪ ਬਰਾੜ ਦੀ ਮੈਂ ਇੱਕ ਗੱਲ ਪੜ੍ਹ ਰਿਹਾ ਸਾਂ, ਸਾਕਾ ਨੀਲਾ ਤਾਰਾ, ਉਹਨੇ ਵੀ ਲਿਖਿਆ, ਕਹਿੰਦੇ ਜਦੋਂ ਬਲਦੇਵ ਸਿੰਘ ਦੀ ਮੌਤ ਹੋਈ, ਸਮਾਂ ਆਪਣੀ ਚਾਲੇ ਤੁਰਦਾ, ਫਿਰ ਇਸ ਰਾਜ ਸਿੰਘਾਸਨ ਤੇ 1946 ਤੋਂ ਲੈ ਕੇ 1964 ਤੱਕ ਫਿਰ ਕਹਿੰਦੇ ਇਸ ਸਰਕਾਰੀ ਸਿੰਘਾਸਨ ਦੇ ਉੱਪਰ ਆ ਕੇ ਜਿਹੜਾ ਨਹਿਰੂ ਬੈਠਾ ਸੀ ਨਾ, ਇਹਨੇ ਲਗਾਤਾਰ 17 ਸਾਲ ਅਕਾਲੀ ਇਸ ਨਹਿਰੂ ਦੀਆਂ ਲੇਲੜੀਆਂ ਕੱਢਦੇ ਰਹੇ ਕਿ ਸਾਡੀਆਂ ਤੁਸੀਂ ਮੰਗਾਂ ਪੂਰੀਆਂ ਕਰ ਦਿਓ। ਜਿਹੜੇ 17 ਮਤੇ ਸੀ ਨਾ ਆਨੰਦਪੁਰ ਸਾਹਿਬ ਦੇ, ਕਹਿੰਦੇ ਇਹ ਸਾਡੇ ਕੁਝ ਕੁ ਤੁਸੀਂ ਪੂਰੇ ਕਰ ਦਿਓ। 17 ਸਾਲ ਤੱਕ ਨਹਿਰੂ ਨੇ ਕਹਿੰਦੇ ਅਕਾਲੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਇੱਕ ਵੀ ਮਤਾ ਨਹਿਰੂ ਨੇ ਪ੍ਰਵਾਨ ਨਹੀਂ ਕੀਤਾ, ਮੰਨਿਆ ਨਹੀਂ। ਪਰ ਕਹਿੰਦੇ ਜਦੋਂ ਕੁਝ ਇਕੱਠੇ ਹੋ ਕੇ ਗਏ ਨਾ, ਕਹਿੰਦੇ ਨਹਿਰੂ ਤੂੰ ਤਾਂ ਕਹਿੰਦਾ ਸੀ ਆਪ, ਉਹਦੀ ਤੁਸੀਂ ਨੈਟ ਤੇ ਸਪੀਚ ਸੁਣ ਲਿਓ। ਨਹਿਰੂ ਨੇ ਗੱਲ ਖੁਦ ਕਹੀ ਸੀ, ਕਹਿੰਦੇ 94% ਜਾਂ 97% ਜਿਹੜੀਆਂ ਸ਼ਹੀਦੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਇਹ ਸਰਦਾਰ ਸਿੱਖ ਅੱਜ ਵਿਚਾਰੇ ਦਰ ਦੀਆਂ ਠੋਕਰਾਂ ਤਾਂ ਖਾਂਦੇ ਨੇ। ਇੱਕ ਦੇ ਬਣ ਕੇ ਨਹੀਂ ਚੱਲੇ, ਇੱਕ ਦੇ ਇਹਨਾਂ ਨੂੰ ਲੀਡਰਾਂ ਦੀ ਪਹਿਚਾਣ ਨਹੀਂ ਹੋਈ। ਉਦੋਂ ਵੀ ਬਾਬਾ ਜਰਨੈਲ ਸਿੰਘ ਨੂੰ ਬੜੇ ਲੋਕ ਸਨ, ਕੋਈ ਕਹਿੰਦਾ ਸੀ ਇਹ ਕਾਂਗਰਸੀ ਹੈ, ਕੋਈ ਕਹਿੰਦਾ ਸੀ ਇਹ ਅਕਾਲੀ ਹੈ, ਕੋਈ ਕਹਿੰਦਾ ਸੀ ਕਿਸੇ ਧੜੇ ਨਾਲ ਜੁੜਿਆ। ਤੇ ਕੁਲਦੀਪ ਬਰਾੜ ਲਿਖਦਾ ਹੈ, ਕਹਿੰਦੇ ਜਿਹੜੇ ਬਾਬਾ ਜਰਨੈਲ ਸਿੰਘ ਨੂੰ ਇਹ ਗੱਲ ਕਹਿੰਦੇ ਸਨ ਨਾ ਕਿ ਇਹ ਅਕਾਲੀ ਹੈ, ਕਾਂਗਰਸੀ ਹੈ,
ਕਹਿੰਦਾ ਮੈਂ ਖੁਦ ਵੇਖਿਆ ਦਿੱਲੀ ਦੇ ਲੀਡਰ ਚੰਡੀਗੜ੍ਹ ਆ ਕੇ ਕੋਠੀਆਂ ਵਿੱਚ ਚਾਹਾਂ ਪੀਂਦੇ ਸਨ, ਮੌਜਾਂ ਕਰਦੇ ਸਨ, ਤੇ ਚੰਡੀਗੜ੍ਹ ਵਾਲੇ ਜਾ ਕੇ ਕਹਿੰਦੇ ਦਿੱਲੀ ਮੌਜਾਂ ਕਰਦੇ ਸਨ। ਇੱਕ ਦੂਜੇ ਨਾਲ ਗਲਵੱਕੜੀਆਂ ਵਾਲੀਆਂ ਫੋਟੋਆਂ ਕੁਲਦੀਪ ਬਰਾੜ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖੀਆਂ ਨੇ। ਸਾਕਾ ਨੀਲਾ ਤਾਰਾ ਬੁੱਕ ਪੜ੍ਹ ਲਿਓ। ਭਾਵੇਂ ਉਹ ਵਿਰੋਧੀ ਹੈ, ਭਾਵੇਂ ਦੁਸ਼ਮਣ ਹੈ, ਬਾਬਾ ਜਰਨੈਲ ਸਿੰਘ ਜੀ ਦੇ ਬਾਰੇ ਬੜਾ ਉਹ ਕੁਝ ਬੋਲਦਾ ਹੈ, ਪਰ ਉਹ ਸੱਚਾਈ ਲਿਖਣ ਤੋਂ ਵੀ ਨਹੀਂ ਉਹ ਟਲਿਆ। ਉਹ ਕਹਿਣ ਲੱਗਾ ਇੱਕ ਵੀ ਫੋਟੋ ਬਾਬਾ ਜਰਨੈਲ ਸਿੰਘ ਦੀ ਕਿਸੇ ਲੀਡਰ ਦੇ ਨਾਲ, ਹਾਂ ਇਕੱਠੇ ਰੂਪ ਦੇ ਵਿੱਚ ਜੇ ਕਿਤੇ ਹੋਵੇ ਤਾਂ ਵੱਖਰੀ ਗੱਲ ਹੈ, ਕਿਸੇ ਦੇ ਨਾਲ ਕੋਈ ਗਲਵੱਕੜੀ ਵਾਲੀ ਤਸਵੀਰ ਨਹੀਂ। ਕਹਿੰਦੇ ਕਿਸੇ ਵੀ ਇੱਕ ਵੀ ਲੀਡਰ ਦੇ ਘਰ ਜਾ ਕੇ ਕੋਈ ਚਾਹ ਪਾਣੀ ਨਹੀਂ ਪੀਤਾ, ਭਾਵੇਂ ਬੜੇ ਮਿਲੀਅਨ ਡਾਲਰ ਤੱਕ ਵੀ ਉਹਨੇ ਲਿਖਿਆ। ਕਹਿੰਦੇ ਲਾਲਚ ਤੱਕ ਦਿੱਤੇ ਗਏ ਵੀ ਇੰਨਾ ਕੁਝ ਤੈਨੂੰ ਦੇ ਦਿਆਂਗੇ, ਤੂੰ ਆਨੰਦਪੁਰ ਦਾ ਜਿਹੜਾ ਮਤਾ ਇਹ ਖਾਰਜ ਕਰ ਦੇ, ਤੇ ਜਿਸ ਮੁਲਕ ਦੇ ਵਿੱਚ ਤੁਸੀਂ ਕਹੋਗੇ 10 ਬੰਦਿਆਂ ਦੇ ਸਮੇਤ ਤੁਹਾਨੂੰ ਉਹਦੇ ਵਿੱਚ ਪੱਕੇ ਤੌਰ ਤੇ ਤੁਹਾਨੂੰ ਉੱਥੇ ਸਾਰਾ ਕੁਝ ਕਹਿੰਦੇ ਮਿਲ ਜਾਏਗਾ, ਪਰ ਤੁਸੀਂ ਇਹ ਆਨੰਦਪੁਰ ਦਾ ਜਿਹੜਾ ਮਤਾ ਹੈ ਨਾ ਇਹਦੀਆਂ ਮੰਗਾਂ ਤੁਸੀਂ ਠੁਕਰਾ ਦਿਓ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ 1946 ਤੋਂ ਲੈ ਕੇ 64 ਤੱਕ, ਫਿਰ ਕਹਿੰਦੇ ਇਹ ਨਹਿਰੂ ਰਿਹਾ 17 ਸਾਲ ਰਾਜ ਕੀਤਾ, ਇਹਨੇ ਅਕਾਲੀਆਂ ਨੂੰ ਲਾਗੇ ਨਹੀਂ ਲੱਗਣ ਦਿੱਤਾ। ਇਹਦੀ ਮੌਤ ਹੁੰਦੀ ਹੈ ਤੇ ਲਾਲ ਬਹਾਦਰ ਸ਼ਾਸਤਰੀ ਆ ਕੇ ਬਹਿ ਜਾਂਦਾ ਹੈ। ਉਹਨੇ ਵੀ ਕੋਈ ਬਹੁਤਾ ਧਿਆਨ ਨਾ ਕੀਤਾ, ਇੱਕ ਦੋ ਮੰਗਾਂ ਉਹਨੇ ਇਹਨਾਂ ਦੀਆਂ ਪ੍ਰਵਾਨ ਕੀਤੀਆਂ। ਲਾਲ ਬਹਾਦਰੀ ਸ਼ਾਸਤਰੀ ਤੋਂ ਬਾਅਦ ਫਿਰ ਕਹਿੰਦੇ ਦਿੱਲੀ ਦੇ ਤਖਤ ਦੇ ਉੱਪਰ ਆ ਕੇ ਬਹਿ ਜਾਂਦੀ ਹੈ ਇੰਦਰਾ ਪਾਪਨ ਡੈਣ, ਇਹ ਆ ਕੇ ਬਹਿ ਗਈ। ਇਹਦੇ ਕੋਲ ਵੀ ਫਿਰ ਅਕਾਲੀ ਜਾਂਦੇ ਰਹੇ, ਬੜੀਆਂ ਲੇਲੜੀਆਂ ਕੱਢਦੇ ਰਹੇ ਵੀ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ। ਤੇ ਫਿਰ ਇਹਨੇ ਇੱਕ ਬਹੁਤ ਵੱਡੀ ਜਿਹੜੀ ਚਾਲ ਚੱਲੀ ਸੀ, ਤੇ ਉਹ ਚਾਲ ਕਿਹੜੀ ਸੀ ਮੈਂ ਥੋੜਾ ਜਿਹਾ ਪਿਛੋਕੜ ਵਿੱਚ ਬੇਨਤੀ ਕਰਦੇ ਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਸਮੇਂ ਜਿਹੜੀ ਗੁਰਮਤ ਸੀ ਨਾ, ਇਹ ਗੁਰਮਤ ਬਿਲਕੁਲ, ਕਿਉਂਕਿ ਬ੍ਰਾਹਮਣੀ ਕਰਮ ਕਾਂਡ ਜਿਹੜਾ ਰੀਤੀ ਰਿਵਾਜ ਸੀ ਇਹ ਭਾਰੂ ਹੋ ਗਿਆ ਸੀ, ਤੇ ਜਿਹੜੀ ਗੁਰਮਤ ਸੀ ਉਹ ਬਿਲਕੁਲ ਥੱਲੇ ਦਬਦੀ ਜਾਂਦੀ ਸੀ, ਕਿਉਂਕਿ ਗੁਰੂ ਘਰ ਦੇ ਜਿਹੜੇ ਕਾਰਜ ਸਨ, ਗੁਰੂ ਘਰਾਂ ਦੇ ਵਿੱਚ ਮੂਰਤੀ ਪੂਜਾ ਸ਼ੁਰੂ ਹੋ ਗਈ। ਗੁਰੂ ਘਰਾਂ ਦੇ ਜਿਹੜੇ ਪ੍ਰਬੰਧਕ ਸਨ ਉਹ ਬਿਲਕੁਲ ਅਨਪੜ੍ਹ, ਗੁਰਮਤ ਤੋਂ ਸਕਣੇ, ਬਿਲਕੁਲ ਲੋਟੂ ਲਾਣਾ ਨਰੇਣੂ ਮਹੰਤ ਇਹ ਗੁਰਦੁਆਰਿਆਂ ਦੇ ਵਿੱਚ ਕਾਬਜ ਹੋ ਗਏ ਸਨ। ਪਰ ਉਸ ਸਮੇਂ 18 ਮਾਘ 1911 ਦੇ ਵਿੱਚ ਜਿਹੜੇ ਬਾਬਾ ਦਿਆਲ ਜੀ ਸਨ ਉਹਨਾਂ ਦਾ ਦੇਹਾਂਤ ਹੋ ਗਿਆ, ਉਹਨਾਂ ਦੀ ਮੌਤ ਹੋ ਗਈ। ਬਾਬਾ ਦਿਆਲ ਜੀ ਜਿਹੜੇ ਸਨ ਨਾ ਉਹ ਬੜੀ ਸ਼ਰਧਾ ਭਾਵਨਾ ਵਾਲੇ, ਤੇ ਉਹਨਾਂ ਨੇ ਗੁਰਮਤ ਦਾ, ਗੁਰੂ ਨਾਨਕ ਦੀ ਸਿੱਖੀ ਦਾ ਬੜਾ ਉਹਨਾਂ ਨੇ ਪ੍ਰਚਾਰ ਕੀਤਾ ਬਾਬਾ ਦਿਆਲ ਜੀ ਨੇ। ਤੇ ਬਾਬਾ ਦਿਆਲ ਜੀ ਨੇ ਰਾਵਲਪਿੰਡੀ ਦੇ ਵਿੱਚ ਇੱਕ ਨਿਰੰਕਾਰੀ ਦਰਬਾਰ ਸੰਪਰਦਾ ਸ਼ੁਰੂ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ। ਪਰ ਕਹਿੰਦੇ ਜਦੋਂ 18 ਮਾਘ 1911 ਨੂੰ ਬਾਬਾ ਦਿਆਲ ਜੀ ਦੀ ਮੌਤ ਹੋ ਜਾਂਦੀ ਹੈ, ਤੇ ਬਾਬਾ ਦਿਆਲ ਜੀ ਤੋਂ ਬਾਅਦ ਫਿਰ ਕਹਿੰਦੇ ਉਹ ਜਿਹੜੀ ਗੱਦੀ, ਜਿਹੜਾ ਸਿੰਘਾਸਨ ਹੈ ਨਾ, ਉਹ ਆ ਕੇ ਫਿਰ ਕਹਿੰਦੇ ਭਾਈ ਗੁਰਦਿੱਤ ਸਿਉਂ ਬਹਿ ਜਾਂਦਾ ਹੈ। ਤੇ ਭਾਈ ਗੁਰਦਿੱਤ ਸਿਉਂ ਦੀ 1930 ਦੇ ਵਿੱਚ ਮੌਤ ਹੋ ਜਾਂਦੀ ਹੈ, ਤਾਂ ਫਿਰ ਇਹ ਇਸ ਗੱਦੀ ਤੇ ਆ ਕੇ ਕਹਿੰਦੇ ਬੂਟਾ ਸਿੰਘ ਬਹਿ ਜਾਂਦਾ ਹੈ। ਤੇ ਬੂਟਾ ਸਿੰਘ ਬੜਾ ਚਤਰ ਚਲਾਕ ਸੀ। ਬੂਟਾ ਸਿੰਘ ਕਹਿੰਦੇ ਲਾਹੌਰ ਤੋਂ ਇਹਨੇ ਆ ਕੇ ਦਿੱਲੀ ਆਪਣਾ ਬਹੁਤ ਵੱਡਾ ਇਹਨੇ ਇੱਕ ਡੇਰਾ ਬਣਾ ਲਿਆ, ਤੇ 1930 ਦੇ ਵਿੱਚ ਇਹ ਜਿਹੜੀ ਨਿਰੰਕਾਰੀ ਦਰਬਾਰ ਜਿਹੜੀ ਸੰਪਰਦਾ ਸੀ ਇਹ ਬਿਲਕੁਲ ਬਿਖਰ ਗਈ। ਨਿਰੰਕਾਰੀ ਦਰਬਾਰ ਤੋਂ ਫਿਰ ਇਹ ਨਿਰੰਕਾਰੀ ਭਵਨ ਮੰਡਲ ਸ਼ੁਰੂ ਹੋ ਗਿਆ, ਇਹਦੀਆਂ 2 ਸ਼ਾਖਾਵਾਂ ਬਣ ਗਈਆਂ। ਤਾਂ ਉਸ ਵਕਤ ਕਹਿੰਦੇ ਬੂਟਾ ਸਿੰਘ ਦਿੱਲੀ ਆ ਗਿਆ। ਦਿੱਲੀ ਆ ਕੇ ਇਹਨੇ ਬੜਾ ਕੂੜ ਕਬਾੜ ਇਹਨੇ ਪ੍ਰਚਾਰ ਕੀਤਾ ਗੁਰਮਤ ਤੋਂ ਉਲਟ। ਇਹਦੀ ਮੌਤ ਹੁੰਦੀ ਹੈ ਤੇ ਇਹਦੇ ਸਿੰਘਾਸਨ ਤੇ ਆ ਕੇ ਦਰਬਾਰਾ ਸਿਉਂ ਬਹਿ ਗਿਆ। ਦਰਬਾਰਾ ਸਿਉਂ ਦੀ ਮੌਤ ਹੁੰਦੀ ਹੈ ਤਾਂ ਫਿਰ ਇਹਦੇ ਸਿੰਘਾਸਨ ਤੇ ਫਿਰ ਆ ਕੇ ਬਹਿ ਜਾਂਦਾ ਹੈ ਅਵਤਾਰ ਸਿਉਂ, ਕਿਉਂਕਿ ਇਹਦਾ ਪੁੱਤਰ ਹੈ। ਖਿਮਾ ਕਰਨੀ, ਦਰਬਾਰਾ ਸਿਉਂ ਤੇ ਸਿੰਘਾਸਨ ਤੇ ਆ ਕੇ ਬਹਿ ਗਿਆ ਅਵਤਾਰ ਸਿਉਂ। ਅਵਤਾਰ ਸਿਉਂ ਤੋਂ ਬਾਅਦ ਫਿਰ ਅਵਤਾਰ ਸਿਉਂ ਦਾ ਪੁੱਤਰ ਸੀ ਫਿਰ ਗੁਰਬਚਨਾ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀ। ਇਸ ਗੁਰਬਚਨ ਸਿਉਂ ਨੂੰ, ਇਸ ਨਿਰੰਕਾਰੀ ਨੂੰ, ਕਿਉਂਕਿ ਜਿਹੜਾ ਗੁਰਬਚਨਾ ਸੀ ਨਾ ਇਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਬਤ ਬੜੀ ਘਟੀਆ ਸ਼ਬਦਾਵਲੀ ਇਹਨੇ ਲਿਖੀ। ਅੱਗੋਂ ਫਿਰ ਜਿਹੜਾ ਇਹਦਾ ਪੁੱਤਰ ਸੀ ਉਹਨੇ ਵੀ ਫਿਰ ਗਾਂ ਦੀ ਗਾਂ ਅਵਤਾਰ ਬਾਣੀ ਤੇ ਯੁੱਗ ਪੁਰਸ਼ 2 ਕਿਤਾਬਾਂ ਲਿਖੀਆਂ ਗਈਆਂ। ਇਹਨੇ ਬੜੀ ਘਟੀਆ ਸ਼ਬਦਾਵਲੀ ਇਹ ਲਿਖੀ। ਇਹਨੇ 5 ਪਿਆਰਿਆਂ ਦੀ ਜਗ੍ਹਾ ਇਹਨੇ 7 ਸਿਤਾਰੇ ਬਣਾਉਣੇ ਸ਼ੁਰੂ ਕਰ ਦਿੱਤੇ। ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਪਤਨੀਆਂ ਬੀਬੀ ਖੀਵੀ ਜੀ, ਮਾਤਾ ਭਾਨੀ ਜੀ ਆਦਿਕ ਸਤਿਕਾਰਯੋਗ, ਇਹਨਾਂ ਦੇ ਨਾਮ ਤੇ ਇਹਨੇ ਆਪਣੀਆਂ ਦਾਸੀਆਂ ਦੇ ਨਾਮ ਲਿਖਣੇ ਸ਼ੁਰੂ ਕਰ ਦਿੱਤੇ ਵੀ ਇਹ ਮੇਰੀਆਂ ਦਾਸੀਆਂ ਨੇ, ਗੁਰੂ ਨੇ 5 ਪਿਆਰੇ, ਮੈਂ 7 ਸਿਤਾਰੇ ਸਾਜਾਂਗਾ। ਤੇ ਇਹਨੇ ਫਿਰ ਯੁੱਗ ਪੁਰਸ਼ ਅਵਤਾਰ ਬਾਣੀ ਲਿਖੀ, ਜਿਹਦੇ ਵਿੱਚ ਇਹਨੇ ਇਹ ਬਾਰ-ਬਾਰ ਆਪਣੇ ਪ੍ਰਚਾਰ ਦੇ ਵਿੱਚ ਇਹ ਗੱਲ ਕਹਿੰਦਾ ਸੀ, ਕਹਿੰਦੇ ਵੀ ਜਿੰਨੇ ਵੀ ਇੱਥੇ ਆਏ, ਕਹਿੰਦੇ ਰਾਮ ਕ੍ਰਿਸ਼ਨ ਨਾਨਕ ਵਰਗੇ
खुद ना पर्दा ला सके। कहते राम आया ते कृष्ण आया, ये कहते खुद नहीं अपना पर्दा ला सके। कहते जो जो भी इत्थे आए ना अपना आप मिटा सके। राम कृष्ण अवतार वर्गे खुद ना पर्दा ला सके। भाव हुण राम कृष्ण हिंदुआं नूं कोई इतराज नहीं होया, हिंदुआं नूं कोई इतराज नहीं होया, मुसलमानां नूं कोई इतराज नहीं होया। पर कहते सिख इस वधीकी नूं जदों धार्मिक वधीकी, मैं पहलां अर्ज कीती सी, सिख सियासी वधीकी तां जर सकदा है पर सिख कदे धार्मिक वधीकी नहीं जर सकदा। कहते सिखां ने बिल्कुल बर्दाश्त नहीं कीता। जदों पता लग्या भी ये जिहड़ा गुरबचना है ये सिखां दा बहुत विरोधी है। फिर इंदिरा गांधी ने, लाल बहादुर शास्त्री की मौत हुई, इंदिरा गांधी सिंघासन ते बैठी, पंजाब दे विच कहंदे वोटां दा राज सी। हुण कईयां कहना जी ये गल क्यों की करन दी लोड़ है। फिर 1984 की गल कली नारे ते जकारे ला के नहीं कही जानी, पिछोकड़ देखना पएगा। कहंदे उस समय फिर इंदिरा गांधी ने इस निरंकारी गुरबचने नूं धर्म की पोशाक पहना के 100 लगभग 75 बाडीगार्ड दे के, जैड सुरक्षा आदि सारी सिक्योरिटी दे के, ये तो तुहानूं सारिआं नूं पता है कि सिੱਖੀ दे दुश्मनां दियां हमेशा सरकारां पिठ थापड़ के रखदियां ने भी तू परवाह ना कर। किन्ने बाबे होए तुहानूं सारिआं नूं पता है, ना लैण दी लोड़ ही, तां ही ते भूतरे फिरदे हुंदे ने, क्योंकि सरकारां जो पिछे हुंदियां भी जो मर्जी करी चलो। कहंदे इस गुरबचने नूं भेजिआ ने धुआंधार गुरमत तो उल्ट प्रचार किया। विसाखी वाले दिन 13 अप्रैल 1978 नूं फिर वो जिहड़ा निरंकारी कांड वो सारा साका वापरिया। भावें कहंदे उस समय उमरा नंगल जिहड़ा श्रोमणी कमेटी दा उस समय आगू सी, जे प्रबंधक बंदा अपनी इंज ਜ਼ਿੰਮੇਵਾਰੀ ਤੋਂ ਭੱਜ ਜੇ, ਖਾਸ ਕਰਕੇ ਧਰਮ ਦੀ ਜ਼ਿੰਮੇਵਾਰੀ ਤੋਂ, ਤੇ ਫਿਰ ਉਹਨੂੰ ਪ੍ਰਬੰਧਕ ਕਹਿਣ ਦੀ ਲੋੜ ਨਹੀਂ। ਹੁਣ ਜਦੋਂ ਉਮਰਾ ਨੰਗਲ ਕੋਲ ਗਏ ਨਾ ਤਾਂ ਉਮਰਾ ਨੰਗਲ ਕਹਿੰਦਾ ਕਾਨੂੰਨ ਤੋਂ, ਅਦਾਲਤ ਤੋਂ ਇਸ ਬਾਬੇ ਨੇ ਇਜਾਜ਼ਤ ਲਈ ਹੈ, ਇਹ ਜੋ ਮਰਜ਼ੀ ਕਰ ਸਕਦਾ ਹੈ। ਜਦੋਂ ਬਾਬਾ ਜਰਨੈਲ ਸਿੰਘ ਜੀ ਨੂੰ ਪਤਾ ਲੱਗਿਆ ਉਹ ਕਹਿਣ ਲੱਗੇ ਇਹਨੂੰ ਰੋਕੋ। ਉਮਰਾ ਨੰਗਲ ਜੇ ਤੂੰ ਨਹੀਂ ਰੋਕਦਾ ਤਾਂ ਸਾਨੂੰ ਕਹਿੰਦੇ ਰੋਕਣਾ ਆਉਂਦਾ, ਅਸੀਂ ਖੁਦ ਰੋਕਾਂਗੇ। ਪਰ ਕਹਿੰਦੇ ਸਾਕਾ ਨਨਕਾਣਾ ਦੁਬਾਰਾ ਦੁਹਰਾਇਆ ਗਿਆ उस समय 1978 ਵਿੱਚ, क्योंकि लक्ष्मण सिंह धारोवाल ने ते होर ਸਿੰਘਾਂ ने जिन्ने भी होए ने साका ननकाणा वो भी एक शांतमय ढंग दे नाल होया सी। ते ये जिहड़ा 1978 ਦੇ ਵਿੱਚ ਉਹ सतनाम वाहिगुरू ਦਾ जाप करदिआं कहंदे ਜਦੋਂ रोकण वास्ते गए ते नालदिआं ने कहंदे गोलियां चलाईਆਂ। लगभग 13 ਸਿੰਘਾਂ ਦੀਆਂ आगू सी भाई फौजा सिंह अखंड कीर्तनी जथे विचों 13 ਸਿੰਘਾਂ ਦੀਆਂ शहादतां ਹੁੰਦੀਆਂ। 13 ਸਿੰਘਾਂ ਦਾ ਇਹ ਕਾਤਲ ਇਹਦਾ ਕੇਸ ਪੰਜਾਬ ਵਿੱਚ ਚੱਲਦਾ ਸੀ ਤੇ ਉਹ ਬਦਲ ਕੇ ਹਰਿਆਣੇ ਵਿੱਚ ਤਬਦੀਲ ਕਰ ਦਿੱਤਾ। ਕੁਝ ਕੁ ਮਹੀਨਿਆਂ ਤੋਂ ਬਾਅਦ ਇਹ ਨਿਰੰਕਾਰੀ ਗੁਰਬਚਨਾ ਸੀ ਜਿਹੜਾ 13 ਸਿੰਘਾਂ ਦੇ ਕਹਿੰਦੇ ਕਤਲ ਤੋਂ ਬਿਲਕੁਲ ਖਾਰਜ ਹੋ ਗਿਆ। ਫਿਰ ਇਥੋਂ ਇਸ ਦਿਨ ਤੋਂ ਇੰਜ ਕਹ ਲਓ ਪੰਜਾਬ ਦੇ ਕਾਲੇ ਦੌਰ, ਕਾਲੇ ਦਿਨ ਸ਼ੁਰੂ ਹੋ ਗਏ। ਫਿਰ ਬਾਬਾ ਜਰਨੈਲ ਸਿੰਘ ਜੀ ਨੇ ਧੂਮਾਂਧਾਰ ਪ੍ਰਚਾਰ ਕੀਤਾ, ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਪਰ ਮੈਂ ਤਾਂ ਬੇਨਤੀ ਕਰਦਾ ਹੁਣ ਤੁਸੀਂ ਕਰੜਾ ਜਿਹਾ ਮਨ ਕਰਕੇ ਸੁਣ ਲਿਓ, ਬਾਅਦ ਵਿੱਚ ਭਾਵੇਂ ਕਮੇਟੀ ਕਵੇ ਜਾ ਬਾਬੇ ਭਾਜਾ ਘਰ ਨੂੰ। ਇੱਕ ਮੈਂ ਬੇਨਤੀ ਕਰਾਂ ਤੁਹਾਨੂੰ, ਕਿਉਂਕਿ ਤੁਸੀਂ ਪੰਜਾਬ ਦੇ ਕਿਸੇ ਡੇਰੇ ਵਿੱਚ 1984 ਘਟਨਾ ਵਾਪਰੀ, ਕਿਸੇ ਪੰਜਾਬ ਦੇ ਵਿੱਚ ਜਾਂ ਕਿਸੇ ਡੇਰੇ ਦੀ ਤਲਾਸ਼ੀ ਹੋਈ, ਕਿਸੇ ਡੇਰੇ ਦੇ ਉੱਪਰ ਹਮਲਾ ਹੋਇਆ ਜਿਹੜੇ ਅੱਜ ਵੱਡੀਆਂ ਵੱਡੀਆਂ ਫੜਾ ਮਾਰਦੇ ਨੇ, ਤੇ ਇਹ ਸਾਰੇ ਹਮਲੇ ਕਹਿੰਦੇ ਇਤਿਹਾਸਕ ਗੁਰਦੁਆਰਿਆਂ ਤੇ ਕਿਉਂ ਹੋਏ? ਸਾਰੇ ਤਕਰੀਬਨ ਲਗਭਗ 40 ਗੁਰਦੁਆਰਿਆਂ ਤੇ ਹਮਲੇ ਹੋਏ। ਮੁਕਤਸਰ ਸਾਹਿਬ ਦੇ ਉੱਪਰ ਹਮਲਾ ਹੋਇਆ, ਕਿੰਨੀਆਂ ਸ਼ਹੀਦੀਆਂ ਹੋਈਆਂ। ਪਟਿਆਲੇ ਵਿੱਚ ਸੰਗਰੂਰ ਦੇ ਬਿਲਕੁਲ ਲਾਗੇ ਹੈ, ਬਜ਼ੁਰਗ ਉੱਥੇ ਦੱਸਦੇ ਸਨ, ਅਸੀਂ ਤੇ ਛੋਟੇ ਸਾਂ। ਪਟਿਆਲੇ ਵਿੱਚ ਕਿੰਨਾ ਜ਼ੁਲਮ ਹੋਇਆ ਤੇ ਕਿੰਨਾ ਕਾਨਪੁਰ ਆਦਿਕ ਹੋਰ ਕਿੰਨੇ ਜਿੰਨਾ ਵੀ ਜ਼ੁਲਮ ਤੇ ਅਤਿਆਚਾਰ ਹੋਇਆ, ਇਹ ਕੇਵਲ ਤੇ ਕੇਵਲ ਇਤਿਹਾਸਕ ਅਸਥਾਨਾਂ ਦੇ ਉੱਪਰ ਹੀ ਹਮਲਾ ਹੋਇਆ। ਕਿਸੇ ਪੀਰ ਬਾਬੇ ਦੇ ਡੇਰੇ ਤੇ ਹਮਲਾ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਡੇਰਿਆਂ ਵਾਲੇ ਤਾਂ ਕੰਮ ਹੀ ਸਰਕਾਰਾਂ ਦਾ ਕਰ ਰਹੇ ਸੀ, ਉਹਨਾਂ ਨੂੰ ਕਿਸੇ ਨੇ ਛੇੜ ਕੇ ਲੈਣਾ ਕੀ ਹੈ? ਉਹ ਤਾਂ ਕੰਮ ਹੀ ਸਾਰੇ ਉਹਨਾਂ ਦਾ ਕਰ ਰਹੇ ਸਨ। ਗੱਲ ਤਾਂ ਗੁਰਮਤ ਦੀ, ਸਿੱਖੀ ਦੀ, ਗੁਰੂ ਘਰਾਂ ਦੇ ਵਿੱਚੋਂ ਆ ਰਹੀ ਸੀ। ਇੱਕ ਵੀ ਡੇਰੇ ਦਾ ਨੁਕਸਾਨ ਨਹੀਂ ਹੋਇਆ। ਜੇ ਕਿਸੇ ਦਾ ਹੋਇਆ ਤੇ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਆਪਣੀ ਕਹੀ ਗੱਲ ਵਾਪਸ ਲੈ ਲੂੰ। ਸੱਚਾਈ ਤੇ ਹੁਣ ਕਹਿਣੀ ਪਏਗੀ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਮੇਰਾ ਗੁਰੂ ਕਹਿੰਦਾ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੈ ਬਾਟ ਮੁਰੀਦਾਂ ਜੋਲੀਐ। ਕਹਿੰਦੇ ਜਿਹੜਾ ਰਸਤਾ ਗੁਰੂ ਦੱਸ ਰਿਹਾ ਤੂੰ ਸੱਚ ਬੋਲ, ਪਰ ਤੂੰ ਝੂਠ ਨਾ ਕਹੇ। ਖੈਰ ਮੈਂ ਜਿਹੜੀ ਅਰਜ਼ ਕਰਨ ਲੱਗਿਆ ਸਾਂ, ਕਹਿੰਦੇ ਇਹਨਾਂ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਮੁਸਲਮਾਨਾਂ ਨੂੰ
ਕਹਿੰਦੇ ਮਿਸਟਰ ਜਿਨਾਹ ਦੇ ਸਦਕਾ ਕਹਿੰਦੇ ਉਹਨਾਂ ਦਾ ਪਾਕਿਸਤਾਨ ਮਿਲ ਗਿਆ। ਜੇ ਅੱਜ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਇਹ ਕੌਮ ਹੀ ਖਾ ਰਹੀ ਹੈ, ਕਿਉਂਕਿ ਇਹਨਾਂ ਨੂੰ ਉਸ ਸਮੇਂ ਜਿਹੜਾ ਲੀਡਰ ਮਿਲਿਆ ਸੀ ਉਹ ਗਦਾਰ ਤੇ ਧੋਖੇਬਾਜ਼ ਮਿਲਿਆ। ਇੱਕ ਵਿਦਵਾਨ ਕਹਿੰਦੇ ਜੇ ਗਿੱਦੜਾਂ ਦੀ ਕੌਮ ਦਾ ਆਗੂ ਸ਼ੇਰ ਹੋਵੇ ਨਾ, ਗਿੱਦੜਾਂ ਦੀ ਕੌਮ ਦਾ ਆਗੂ ਸ਼ੇਰ ਹੋਵੇ ਤਾਂ ਉਹ ਕੌਮ ਜਿੱਤ ਜਾਂਦੀ ਹੈ। ਜੇ ਕਹਿੰਦੇ ਕਿਸੇ ਗਿੱਦੜਾਂ ਦੀ ਕੌਮ ਦਾ ਆਗੂ ਸ਼ੇਰ ਹੈ ਤੇ ਉਹ ਗਿੱਦੜਾਂ ਦੀ ਕੌਮ ਜਿੱਤ ਜਾਂਦੀ ਹੈ। ਪਰ ਜੇ ਕਹਿੰਦੇ ਸ਼ੇਰਾਂ ਦੀ ਕੌਮ ਦਾ ਆਗੂ ਗਿੱਦੜ ਹੋਵੇ ਫਿਰ ਕੌਮ ਹਾਰ ਜਾਂਦੀ ਹੈ। ਕਹਿੰਦੇ ਮਿਸਟਰ ਜਿਨਾਹ ਨੂੰ ਜਦੋਂ ਰਾਤ ਨੂੰ ਕਿਸੇ ਦਾ ਫੋਨ ਆਇਆ ਨਾ ਵੀ ਪਤਾ ਕਰੀਏ ਗੱਲ ਕਰੀਏ, ਕਹਿੰਦੇ ਉਹਨੇ ਨਾਲ ਦੀ ਨਾਲ ਪਹਿਲੀ ਘੰਟੇ 'ਚ ਫੋਨ ਚੱਕ ਲਿਆ। ਤਾਂ ਉਹ ਪੁੱਛਣ ਵਾਲਾ ਕਹਿੰਦਾ ਵੀ ਹੱਦ ਹੋ ਗਈ, ਤੁਸੀਂ ਇੱਕ ਮੰਤਰੀ ਜੇ, ਇਹਨਾਂ ਨੂੰ ਤੇ ਲੇਲੜੀਆਂ ਕੱਢੇ, ਇਹ ਬਾਜਾ ਨਹੀਂ, ਫੋਨ ਤਾਂ ਚੱਕਣਾ ਦੂਰ ਦੀ ਗੱਲ। ਮੈਂ ਤੇ ਸੋਚਿਆ ਸੀ ਵੀ 5-7 ਬਿੱਲਾਂ ਵੱਜਣਗੀਆਂ ਤੇ ਤੁਸੀਂ ਤਾਂ ਕਿਤੇ ਫੋਨ ਚੁੱਕੋਗੇ, ਤੁਸੀਂ ਇੱਕਦਮ ਹੀ ਫੋਨ ਚੁੱਕ ਲਿਆ, ਇਹ ਕੀ ਗੱਲ, ਤੁਸੀਂ ਸੁੱਤੇ ਨਹੀਂ? ਤਾਂ ਮਿਸਟਰ ਜਿਨਾਹ ਕਹਿੰਦਾ ਜਿਹਦੇ ਕੌਮ ਦੇ ਲੋਕ ਸੁੱਤੇ ਪਏ ਹੋਣ ਨਾ ਤੇ ਲੀਡਰ ਕਦੇ ਸੌਂਦਾ ਨਹੀਂ। ਜਿਹਦੀ ਕੌਮ ਸੁੱਤੀ ਪਈ ਹੋਵੇ ਤੇ ਉਹ ਲੀਡਰ ਕਿੱਦਾਂ ਸੌਂ ਸਕਦਾ ਹੈ? ਤੇ ਇਹ ਕਹਿਣਾ ਪਏਗਾ ਜੇ ਕੌਮ ਤਾਂ ਜਾਗਦੀ ਹੈ, ਲੀਡਰ ਹੀ ਸੁੱਤੇ ਹੋਏ ਨੇ। ਖਾਸ ਕਰਕੇ ਧਾਰਮਿਕ ਪੱਖੋਂ ਕਾਫੀ ਲੰਮਾ ਪ੍ਰਸੰਗ ਹੈ। ਸਤਿਗੁਰੂ ਜੀ ਕਿਰਪਾ ਕਰਨ, ਬੜੀਆਂ ਸ਼ਹਾਦਤਾਂ ਹੋਈਆਂ, ਸ਼ਹਾਦਤਾਂ ਹੋਈਆਂ ਸ਼ਹੀਦੀਆਂ। ਪਰ ਜੇ ਕੋਈ ਬੰਦਾ ਇਹ ਕਵੇ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਤਾਂ ਕੀਤਾ ਗਿਆ ਵੀ ਬਾਬਾ ਜਰਨੈਲ ਸਿੰਘ ਜੀ ਨੂੰ ਪਕੜਨਾ ਸੀ ਤਾਂ ਕਰਕੇ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਤਾਂ ਸਾਡੇ ਸੰਗਰੂਰ ਲਾਗੇ ਪਿੰਡ ਹੈ ਗਗੜਪੁਰ, ਉਸ ਪਿੰਡ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਹੈਰਾਨਗੀ ਹੁੰਦੀ ਆ, ਮਹੀਨਾ ਕੁ ਹੋਇਆ ਉਸੇ ਗਗੜਪੁਰ ਦੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਕੁਝ ਮਸਟੰਡੇ ਬੰਦਿਆਂ ਨੇ ਗ੍ਰੰਥੀ ਸਿੰਘ ਦੇ ਦਰਬਾਰ 'ਚ ਆ ਕੇ ਚਪੇੜਾਂ ਮਾਰੀਆਂ। ਉਸੇ ਪਿੰਡ ਦੇ ਵਿੱਚ ਕਿਉਂ ਮਾਰੀਆਂ? ਕਿਤੇ ਆਵਾਜ਼ ਸਪੀਕਰ ਦੀ ਜ਼ਿਆਦਾ ਸੀ। ਤਰੀਕੇ ਨਾਲ ਵੀ ਤੇ ਕਹਿ ਸਕਦੇ ਆ ਨਾ ਕਿ ਭਾਈ ਸਾਹਿਬ ਆਵਾਜ਼ ਜ਼ਿਆਦਾ ਵੀ ਤੁਸੀਂ ਘੱਟ ਕਰ ਲਓ। ਪੈਸੇ ਦਾ ਮਾਣ ਹੁੰਦਾ, ਕਈ ਬੰਦੇ ਨੂੰ ਚੌਧਰ ਦਾ ਤੇ ਉਹਦਾ ਗਲਤ ਇਸਤੇਮਾਲ ਕਰਦਾ ਹੈ। ਉਸ ਨਗਰ ਵਿੱਚ ਉਹਨਾਂ ਬੜਾ ਪ੍ਰਚਾਰ ਕੀਤਾ, ਕਿੱਥੇ ਅੰਮ੍ਰਿਤਸਰ ਤੇ ਕਿੱਥੇ ਗਗੜਪੁਰ ਪਿੰਡ 215 ਕਿਲੋਮੀਟਰ ਹੈ ਉਹ ਅੰਮ੍ਰਿਤਸਰ ਤੋਂ ਗਗੜਪੁਰ ਨਗਰ, ਤੇ ਕਿਤੇ ਵੀ ਨਾਕਾ ਲਾ ਕੇ ਬਾਬਾ ਜਰਨੈਲ ਸਿੰਘ ਜੀ ਨੂੰ ਪਕੜਿਆ ਜਾ ਸਕਦਾ ਸੀ। ਦਰਅਸਲ ਬਾਬਾ ਜਰਨੈਲ ਸਿੰਘ ਜੀ ਨੂੰ ਪਕੜਨ ਦਾ ਤੇ ਬਹਾਨਾ ਸੀ। ਕੁਲਦੀਪ ਬਰਾੜ ਕਹਿੰਦੇ ਇਹ ਸਾਰੀ ਅਸੀਂ ਪਲੈਨਿੰਗ ਬਣਾਈ ਗਈ। 17 ਦਿਨ ਹਿਮਾਚਲ ਪ੍ਰਦੇਸ਼ ਵਿੱਚ ਚਕਰਾਤੇ ਦੀਆਂ ਪਹਾੜੀਆਂ ਦੇ ਵਿੱਚ ਕਹਿੰਦੇ ਅਸੀਂ ਸਰਚ ਕਰਦੇ ਰਹੇ। ਇੱਕ ਭਾਵ ਅਸੀਂ ਉੱਥੇ ਇੱਕ ਮੈਡਲ ਬਣਾ ਕੇ ਨਾ ਦਰਬਾਰ ਸਾਹਿਬ ਦਾ, ਕਹਿੰਦੇ ਉਹਦੇ ਉੱਪਰ ਸਾਰੀ ਤਕਰੀਰ ਕਰਦੇ ਰਹੇ, ਕਿਉਂਕਿ ਦਰਬਾਰ ਸਾਹਿਬ ਦਾ ਦਾਇਰਾ ਹਰਿਮੰਦਰ ਸਾਹਿਬ ਦਾ ਵੱਡਾ ਹੈ। ਅਸੀਂ ਪਲੈਨਿੰਗ ਤਿਆਰ ਕੀਤੀ, ਪੂਰੀ ਤਿਆਰੀ ਕੀਤੀ 17 ਦਿਨ ਤੱਕ, ਕਿਵੇਂ ਹਮਲਾ ਕਰਨਾ, ਕਿੱਦਾਂ ਔਰ ਕਿਵੇਂ ਕਰਨਾ। 30 ਮਈ ਨੂੰ ਕਹਿੰਦੇ ਉਹ ਸਾਡੀ ਆਖਰੀ ਮੀਟਿੰਗ ਸੀ, ਆਖਰੀ ਸੱਚ ਸੀ, ਕਿਉਂਕਿ 1 ਜੂਨ ਨੂੰ ਤਾਂ ਲਗਭਗ 6 ਲੱਖ ਫੌਜ ਪੰਜਾਬ ਵਿੱਚ ਭੇਜੀ ਗਈ। 1 ਲੱਖ ਲਗਭਗ 35,000 ਕਹਿੰਦੇ ਦਰਬਾਰ ਸਾਹਿਬ ਦੇ ਵਾਸਤੇ ਤਿਆਰੀ ਕੀਤੀ ਗਈ। ਬਾਕੀ 2 ਲੱਖ ਫੌਜ ਹੈ ਜਿਹੜੀ ਉਹ ਦਰਬਾਰ ਸਾਹਿਬ ਤੋਂ ਤਕਰੀਬਨ 10-11 ਕਿਲੋਮੀਟਰ ਦੀ ਦੂਰੀ ਤੇ ਕੀਤੀ ਗਈ, ਕੇਵਲ ਤੇ ਕੇਵਲ ਇਸ ਵਾਸਤੇ। ਕਿਸੇ ਸਵਾਲ ਕੀਤਾ ਕਿ ਕੁਲਦੀਪ ਬਰਾੜ ਵੀ ਤੁਸੀਂ ਆ ਜਿਹੜਾ ਹਮਲਾ ਕੀਤਾ ਇਹ ਤੁਸੀਂ ਅੱਗੋਂ ਪਿੱਛੋਂ ਵੀ ਕਰ ਸਕਦੇ ਸੋ, ਪਰ ਕਹਿੰਦੇ ਇਹ ਤੁਸੀਂ 1 2 3 4 ਜੂਨ ਨੂੰ ਕਿਉਂ ਪਲੈਨਿੰਗ ਬਣਾਈ? ਉਹ ਆਪ ਲਿਖਦਾ, ਪੜ੍ਹ ਲਿਓ ਤੁਸੀਂ। ਸਾਨੂੰ ਪੜ੍ਹਨ ਦੀ ਆਦਤ ਨਹੀਂ, ਅਸੀਂ ਪੜ੍ਹਦੇ ਨਹੀਂ, ਅਸੀਂ ਲੜਦੇ ਬਹੁਤ ਹਾਂ। ਅਸੀਂ ਲੜਾਈ ਤੇ ਲੱਭਦੇ ਹੀ ਫਿਰਦੇ ਰਹਿੰਦੇ ਵੀ ਕੋਈ ਟੱਕਰ ਤੇ ਜਾਵੇ ਸਾਨੂੰ। ਸਾਡੇ ਅੰਦਰੋਂ ਪੜ੍ਹਨ ਦੀ ਜਿਹੜੀ ਸੈਂਸ ਹੈ ਨਾ, ਜਿਹੜੀ ਪੜ੍ਹਨ ਦਾ ਜਿਹੜਾ ਅੰਦਰ ਸਾਡੇ ਪਿਆਰ ਉਹ ਖਤਮ ਹੋ ਗਿਆ। ਟਿਕਟੌਕ ਤੇ ਫੇਸਬੁੱਕ ਤੋਂ ਵੇਲ ਮਿਲੂਗੀ ਤੇ ਅਸੀਂ ਸਿੱਖੀ ਦੀਆਂ ਕਿਤਾਬਾਂ ਪੜ੍ਹਾਂਗੇ, ਉਹ ਤੇ ਸਾਡੇ ਕੋਲ ਹੈ ਹੀ ਨਹੀਂ। ਖਿਮਾ ਕਰਿਓ। ਕਹਿੰਦੇ ਉਸ ਸਮੇਂ ਤਿਆਰੀ ਕੀਤੀ ਗਈ ਤੇ ਫਿਰ ਕੁਲਦੀਪ ਬਰਾੜ ਇਹ ਗੱਲ ਲਿਖਦਾ ਹੈ, ਕਹਿੰਦਾ ਅੱਗੋਂ ਪਿੱਛੋਂ ਵੀ ਅਸੀਂ ਹਮਲਾ ਕਰ ਸਕਦੇ ਸਾਂ, ਪਰ ਕਹਿੰਦੇ 1 2 3 ਜੂਨ ਇਹ ਸਾਰਾ ਤਿਆਰੀ ਅਸੀਂ ਤਾਂ ਕੀਤੀ ਵੀ ਅਸੀਂ ਤੇ ਸੋਚਿਆ ਸੀ ਵੀ ਸ਼ਾਇਦ 3 4 10 ਵਜੇ ਹਮਲਾ ਕਰਾਂਗੇ ਤੇ 2-2:30 ਵਜੇ ਬਾਬਾ ਜਰਨੈਲ ਸਿੰਘ ਨੂੰ ਪਕੜਾਂਗੇ ਤੇ ਇੰਦਰਾ ਗਾਂਧੀ ਦੇ ਸਵੇਰੇ 12 ਵਜੇ ਪੇਸ਼ ਕਰ ਦੇਵਾਂਗੇ। ਪਰ ਜੂਨ ਮਹੀਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਿਹਾੜੇ ਤੇ ਅਸੀਂ ਇਹ ਤਾਂ ਹਮਲਾ ਚੁਣਿਆ, ਤਾਂ ਇਹ ਤਿਆਰੀ ਕੀਤੀ ਜਨਰਲ ਵੈਦਿਆ ਨੂੰ ਲੈ ਕੇ। ਇੰਦਰਾ ਨੇ ਟੀਵੀ ਤੇ ਬੋਲਿਆ, ਹਰੀ ਝੰਡੀ ਦੇ ਦਿੱਤੀ, ਇੱਥੋਂ ਤੱਕ ਕਿਤਾਬਾਂ ਪੜ੍ਹ ਲਓ, ਮੈਂ ਤਾਂ ਕੇਵਲ ਤੁਹਾਨੂੰ ਸੁਣਾ ਰਿਹਾ। ਦਰਬਾਰ ਸਾਹਿਬ ਦੇ ਹਮਲੇ ਵਾਸਤੇ ਅਕਾਲੀ ਲੀਡਰਾਂ ਦੇ ਸਾਈਨ ਅੱਜ ਵੀ ਨੇ, ਅੱਜ ਵੀ ਹਨ। ਦਰਬਾਰ ਸਾਹਿਬ ਦੇ ਕਹਿੰਦੇ ਹਮਲਾ ਕਰੋ, ਛੇਤੀ ਕਰੋ, ਬਸ ਤੁਸੀਂ ਭਿੰਡਰਾਂ ਵਾਲੇ ਨੂੰ ਉੱਥੋਂ ਕੱਢੋ। ਕਿਉਂ? ਕਿਉਂਕਿ ਇਹ ਜਿਹੜਾ ਭਿੰਡਰਾਂ ਵਾਲਾ ਹੈ ਨਾ, ਉਹ ਇਹ ਸ਼ਬਦ ਬੋਲਦੇ ਸਨ, ਲਫ਼ਜ਼, ਕਹਿੰਦੇ ਭਿੰਡਰਾਂ ਵਾਲਾ, ਇਹਦੇ ਤੋਂ ਸਾਨੂੰ ਬਹੁਤ ਖਤਰਾ ਹੈ। ਧੜਾ ਧੜ ਪੰਜਾਬ ਦੇ ਲੋਕ ਨੌਜਵਾਨ ਸਿੱਖੀ ਵੱਲ ਆ ਰਹੇ ਨੇ,
ਗੁਰਮਤਿ ਦਾ ਪ੍ਰਚਾਰ ਹੋ ਰਿਹਾ, ਇਹ ਖਤਮ ਹੋਵੇਗਾ ਤੇ ਉਦੋਂ ਬਾਅਦ ਕਹਿੰਦੇ ਅਸੀਂ ਸਭ ਕੁਝ ਆਪੇ ਸੰਭਾਲ ਲਾਂਗੇ। ਤੇ ਅਗਲੇ ਸਾਂਭੀ ਵੀ ਬੈਠੇ ਨੇ, ਜੋ ਉਹ ਚਾਹੁੰਦੇ ਸੀ ਤੇ ਉਹ ਹੋ ਵੀ ਰਿਹਾ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਉਹ ਕਹਿਣ ਲੱਗਾ ਕੁਲਦੀਪ ਬਰਾੜ ਕਹਿੰਦੇ ਅਸੀਂ ਇਹ ਜੂਨ ਦਾ ਮਹੀਨਾ ਸ਼ਹੀਦੀ ਪੁਰਬ ਤਾਂ ਚੁਣਿਆ ਕਿ ਕਿਉਂਕਿ ਇੱਥੇ ਉਹਦੇ ਵਿੱਚ ਇਹ ਵੀ ਹਦਾਇਤਾਂ ਫੌਜ ਨੂੰ ਦਿੱਤੀਆਂ ਗਈਆਂ ਕਿ ਤੁਸੀਂ ਆਪਣੀ ਮਨਮਰਜ਼ੀ ਕਰ ਸਕਦੇ ਹੋ, ਆਪਣੀ ਮਨਮਰਜ਼ੀ ਕਰ ਸਕਦੇ ਹੋ, ਕਿਸੇ ਬੀਬੀ ਨਾਲ ਜ਼ੁਲਮ ਧੱਕਾ ਜੋ ਵੀ ਕਰਨਾ ਤੁਸੀਂ ਕਰ ਸਕਦੇ ਹੋ। ਖੁਦ ਲਿਖਦਾ ਉਹ, ਇੱਥੋਂ ਤੱਕ ਉਹ ਲਿਖਦਾ ਕਿਸੇ ਬੱਚੇ ਮਾਸੂਮ ਨੂੰ ਕੁਝ ਵੀ ਤੁਹਾਡੇ ਅੱਗੇ ਆ ਜੇ, ਕਹਿੰਦੇ ਇਹ ਲੋਕ ਪਾਣੀ ਮੰਗਣ, ਜਦੋਂ ਪਾਣੀ ਮੰਗਣ ਕਹਿੰਦੇ ਮੂੰਹ 'ਚ ਗੋਲੀ ਮਾਰਨੀ ਹੈ, ਪਰ ਕਹਿੰਦੇ ਇਹਨਾਂ ਨੂੰ ਛੱਡਣਾ ਨਹੀਂ ਹੈ। ਇਹ ਵੀ ਤੁਸੀਂ ਕਿਉਂ ਕੀਤਾ ਗਿਆ ਜਦੋਂ ਪੁੱਛਿਆ, ਉਹ ਕਹਿੰਦੇ ਇਹ ਅਸੀਂ ਸਿੱਖਾਂ ਨੂੰ ਇੱਕ ਸਬਕ ਸਿਖਾਉਣ ਲਈ ਕੀਤਾ ਗਿਆ ਵੀ ਜੇ ਤੁਸੀਂ ਭਵਿੱਖ ਦੇ ਵਿੱਚ ਮੌਕੇ ਦੀ ਹਕੂਮਤ ਸਰਕਾਰ ਦੇ ਨਾਲ ਟੱਕਰ ਲਓ ਤਾਂ ਤੁਸੀਂ ਗੱਲ ਕਰਨ ਤੋਂ ਪਹਿਲਾਂ ਕਹਿੰਦੇ 1984 ਯਾਦ ਕਰ ਲਿਓ। ਇਹ ਅਸੀਂ ਤੁਹਾਨੂੰ ਅਹਿਸਾਸ ਕਰਾਉਣ ਵਾਸਤੇ ਹੀ ਅਸੀਂ ਇਹ ਸਾਰਾ ਹਮਲਾ ਦਰਬਾਰ ਸਾਹਿਬ ਦੇ ਉੱਪਰ ਕੀਤਾ ਸੀ। ਸਹੀ ਮਾਇਨਿਆਂ ਦੇ ਵਿੱਚ ਗੱਲ ਬਾਬਾ ਜਰਨੈਲ ਸਿੰਘ ਜੀ ਦੀ ਨਹੀਂ ਸੀ, ਉਹਨਾਂ ਨੂੰ ਫੜਨ ਦੀ ਉਹਨਾਂ ਨੂੰ ਕਿਤੋਂ ਵੀ ਕਦੋਂ ਵੀ ਪਕੜ ਸਕਦੇ ਸਨ, ਫੜਿਆ ਜਾ ਸਕਦਾ ਸੀ, ਪਰ ਕਹਿੰਦੇ ਉਹਨਾਂ ਨੂੰ ਬਹਾਨਾ ਬਣਾ ਕੇ ਇਹਨਾਂ ਨੂੰ ਚੁੱਭਦਾ ਸੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੇ ਉਸ ਯੋਧੇ ਨੇ ਜਿਹੜੇ 17 ਮਤੇ ਰੱਖੇ ਸਨ, ਉਹਨਾਂ 17 ਮਤਿਆਂ ਨੂੰ ਹੁਣ ਚਲੋ ਮੇਰੇ ਕੋਲ ਟਾਈਮ ਨਹੀਂ, ਮੈਂ ਕਾਫੀ ਸਮਾਂ ਹੋ ਗਿਆ ਬੋਲਦਿਆਂ, ਪਹਿਲਾਂ ਮੈਂ ਪਾਠ ਵੀ ਕਰਦਾ ਰਿਹਾ, ਹੁਣ ਖਿਮਾ ਕਰਿਓ ਮੇਰਾ ਵੀ ਗਲਾ ਥੋੜਾ ਜਿਹਾ ਇਜਾਜ਼ਤ ਨਹੀਂ ਦਿੰਦਾ। ਫਿਰ ਮੈਂ ਉਹ 17 ਆਨੰਦਪੁਰ ਦੇ ਜਿਹੜੇ ਮਤੇ ਨੂੰ ਕਿਹੜੀਆਂ ਮੰਗਾਂ ਸਨ, ਚਲੋ ਇੱਕ ਮੰਗ ਮੈਂ ਅੱਗੇ ਰੱਖ ਕੇ ਤੁਹਾਡੇ ਫਿਰ ਫਤਿਹ ਦੀ ਸਾਂਝ ਕਰਾਂ। 17 ਮਤਿਆਂ ਦੇ ਵਿੱਚੋਂ ਇੱਕ ਇਹ ਵੀ ਮਤਾ ਸੀ, ਔਰ ਬਾਬਾ ਜੀ ਨੇ ਇਹ ਲਿਖਿਆ ਸੀ ਉਹਦੇ ਵਿੱਚ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਨਾ, ਪੰਜਾਬ ਦੇ ਦਰਿਆਵਾਂ ਦਾ ਜਿਹੜਾ ਪਾਣੀ ਹੈ, ਇਹਨੂੰ ਇੰਟਰਨੈਸ਼ਨਲ ਕਾਨੂੰਨ ਦੇ ਆਧਾਰ ਤੇ ਇਹਦੇ ਉੱਪਰ ਪਾਣੀ ਦੇ ਉੱਪਰ ਪੰਜਾਬ ਦੇ ਲੋਕਾਂ ਦਾ ਕਬਜ਼ਾ ਹੋਵੇ ਤੇ ਪੰਜਾਬ ਨੂੰ ਕਹਿੰਦੇ ਅਮਰੀਕਾ ਕੈਨੇਡਾ ਦੇ ਮੁਲਕ ਦੇ ਵਾਂਗ ਇਹਨੂੰ ਭਾਵ ਖੁਦ ਮੁਖਤਿਆਰੀ ਦਿੱਤੀ ਜਾਵੇ। ਉਹਨਾਂ ਦੀਆਂ ਆਹ ਮੰਗਾਂ ਸਨ। ਅੱਜ ਆਪਾਂ ਚੈਨਲ ਰਾਹੀਂ ਕੀਰਤਨ ਸੁਣਦੇ ਨਾ ਦਰਬਾਰ ਸਾਹਿਬ ਤੋਂ, ਤੇ ਇੱਕ ਉਹਨਾਂ ਦੀ ਇਹ ਮੰਗ ਸੀ ਕਿ ਇੱਥੇ ਟਰਾਂਸਮੀਟਰ ਲਾਇਆ ਜਾਏ, ਜਿਹੜੇ ਵਿਦੇਸ਼ਾਂ ਵਿੱਚ ਆ ਤੁਸੀਂ ਬੈਠੇ, ਕਿੱਡੀ ਲੰਮੀ ਸੋਚ ਉਸ ਯੋਧੇ ਦੀ ਤੇ ਅੱਜ ਵਾਲਿਆਂ ਦੀ ਸੋਚ ਵੇਖੋ, ਉਹ ਪੈਰਾਂ ਵਿੱਚ ਬੈਠੇ ਹੋ ਜੁੱਤੀਆਂ 'ਚੋਂ ਨਹੀਂ ਨਿਕਲਦੇ ਪਏ। ਕਿੱਡੀ ਲੰਮੀ ਸੋਚ ਕੇ ਟਰਾਂਸਮੀਟਰ ਲੱਗੇ ਸੱਚਖੰਡ ਦਰਬਾਰ ਸਾਹਿਬ ਤੋਂ, ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨਾ ਰਾਮ ਰਾਜੇ, ਬਾਹਰਲੇ ਸਿੱਖ ਕਹਿੰਦੇ ਗੁਰਬਾਣੀ ਸੁਣ, ਕਥਾ ਕੀਰਤਨ ਸੁਣ, ਪਰ ਉਹ ਸਾਰੀਆਂ ਮੰਗਾਂ ਉਹਦੇ ਵਿੱਚ ਲਿਖੀਆਂ ਸਨ ਤੇ ਕਹਿੰਦੇ ਉਹਦੇ ਵਿੱਚੋਂ ਇੱਕ ਵੀ ਮੰਗ ਉਹ ਪ੍ਰਵਾਨ ਨਹੀਂ ਸਨ ਕਰਦੇ। ਕੁਲਦੀਪ ਬਰਾੜ ਕਹਿੰਦੇ 1 ਅਰਬ ਡਾਲਰ ਕਹਿੰਦੇ ਅਸੀਂ ਆਪ ਖੁਦ ਪੈਕੇਜ ਭੇਜਿਆ ਸੀ ਸੰਤਾਂ ਨੂੰ, 1 ਅਰਬ ਅਮਰੀਕਨ ਡਾਲਰ ਲੈ ਲਓ ਤੁਸੀਂ, 10 ਬੰਦੇ ਤੁਹਾਡੇ ਕਹਿੰਦੇ ਸਿਟੀਜ਼ਨ ਹੋਣੇ ਤੇ ਮੇਰੇ ਵਰਗਾ ਗ੍ਰੀਨ ਕਾਰਡ ਦੇ ਬਦਲੇ। ਅਗਲਾ ਕਹਿੰਦਾ ਵੀ ਗ੍ਰੀਨ ਕਾਰਡ ਦੇਣਾ ਆਪਾਂ ਨੂੰ ਕੀ ਲੋੜ ਆ ਕੁਝ ਕਹਿਣ ਦੀ, ਅਗਲਾ ਬੋਲਦੇ ਹੀ ਲੋਲੀਪੌਪ ਅਗਲੇ ਦੇ ਦਿੰਦੇ ਆ, ਪ੍ਰਚਾਰ ਨੂੰ ਚੂਸੀ ਚੱਲ, ਪਰ ਗੁਰੂ ਦੀ ਗੱਲ ਨਾ ਕਰੀ। 1 ਅਰਬ ਮਿਲੀਅਨ ਡਾਲਰ, ਉਹ ਵੀ ਅਮਰੀਕਾ ਦਾ, ਪੜ੍ਹ ਲਿਓ ਤੁਸੀਂ, ਮੇਰੇ ਕੋਲ ਕਿਤਾਬ ਪਈ ਹੈ, ਪੜ੍ਹ ਲਿਓ। ਕਹਿੰਦੇ ਤੁਸੀਂ ਇਹ ਆਨੰਦਪੁਰ ਦੀਆਂ ਗੱਲਾਂ ਬਿਲਕੁਲ ਬੰਦ ਕਰ ਦਿਓ, 17 ਮਤੇ ਬਿਲਕੁਲ, ਉਹ ਕਹਿੰਦੇ ਇਹਦੇ ਵਿੱਚੋਂ ਇੱਕ ਵੀ ਖਾਰਜ ਨਹੀਂ ਹੋ ਸਕਦੀ, 17 ਦੀਆਂ 17 ਅਸੀਂ ਮੰਗਾਂਗੇ, ਜੇ ਪੂਰੀਆਂ ਕਰਦੇ ਹੋ ਤੇ ਨਹੀਂ ਤੇ ਠੀਕ ਹੈ। ਸਤਿਗੁਰੂ ਜੀ ਕਿਰਪਾ ਕਰਨ ਜੀ, ਇੰਨੀ ਕੁ ਸੰਗਤ, ਇੰਨੀ ਕੁ ਹਾਜ਼ਰੀ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀ। ਮੈਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ, ਮੇਰੇ ਵੀਰ ਸੈਕਟਰੀ ਗੁਰੂ ਘਰ ਦੇ ਅਮਰਜੀਤ ਸਿੰਘ ਜੀ ਤੁੰਗ, ਜਿਨ੍ਹਾਂ ਨੇ ਮੈਨੂੰ ਖੁੱਲ੍ਹਾ ਸਮਾਂ ਬਖਸ਼ਿਆ, ਆਪ ਸਮੂਹ ਸੰਗਤ ਦੇ ਨਾਲ ਸਾਂਝ ਪਾਈ ਹੈ। ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਉਪਰੰਤ ਸਾਰੀਆਂ ਸੰਗਤਾਂ ਦਾ, ਮੇਰੀਆਂ ਭੈਣਾਂ ਮਾਤਾਵਾਂ ਬੀਬੀਆਂ ਬੱਚਿਆਂ ਦਾ, ਸੇਵਾਦਾਰਾਂ ਦਾ, ਜਿਨ੍ਹਾਂ ਨੇ ਰਲ ਮਿਲ ਕੇ ਤੁਸੀਂ ਬੜਾ ਹੀ ਇਹ ਸੋਹਣਾ ਉਦਮ ਉਪਰਾਲਾ ਕੀਤਾ ਹੈ। ਟੀਵੀ ਦੇ ਮਾਧਿਅਮ ਦੇ ਰਾਹੀਂ ਤੁਸੀਂ ਇਹ ਸਾਰੇ ਸਮਾਗਮ ਨੂੰ, ਸਾਰੇ ਪ੍ਰੋਗਰਾਮ ਨੂੰ ਘਰਾਂ ਦੇ ਵਿੱਚ ਭੇਜਿਆ ਹੈ। ਇੰਨੀ ਹਾਜ਼ਰੀ ਦਾਸ ਦੀ ਪ੍ਰਵਾਨ ਕਰਨੀ, ਬਖਸ਼ੋ ਸੀਸ। ਅਗਲਾ ਪ੍ਰੋਗਰਾਮ ਆਪਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पहला मरण कबूल जीवन की छड़ आस, हो सबना की रेनका तो आओ हमारे पास। गुरु प्यारी साध संगत जी, वाहिगुरु जी का खालसा, वाहिगुरु जी की फतेह। बहुत बहुत धन्यवाद है भाई साहब भाई गुरसेवक सिंह जी होना दा, जिन्हों ने गुरु पातशाह की शहीदी बारे ते जो अज कौम के हालात हैं उन्होंने बारे संगतां नाल अपने विचार साझे किए हैं। एक बारी फिर सारिया संगतां का भी बहुत बहुत धन्यवाद है।
ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਨੂੰ ਮਨਾਉਂਦੇ ਆ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਮਨਾਉਂਦੇ ਆ। ਇਹ ਸਾਰੀਆਂ ਸੇਵਾਵਾਂ ਕੀਤੀਆਂ ਹਨ। ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਕੋਟਨ ਕੋਟ ਪ੍ਰਣਾਮ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ, ਜਿਨ੍ਹਾਂ ਨੇ ਕਿਰਪਾ ਕਰਕੇ ਇਹ ਸੇਵਾ ਸੰਗਤਾਂ ਪਾਸੋਂ ਲਈ ਹੈ। ਤੇ ਨਾਲ ਹੀ ਪ੍ਰਣਾਮ ਹੈ ਉਹਨਾਂ ਸਮੂਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਦੀ ਪੱਗ ਨੂੰ ਮੁੜ ਸਰਜੀਤ ਕਰਨ ਵਾਸਤੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਹਨ। ਆਪਾਂ ਸਾਰੇ ਗੁਰੂ ਪਿਆਰਿਓ, ਆਪਾਂ ਸਾਰੇ ਜਾਣਦੇ ਹਾਂ ਕਿ ਕਿਵੇਂ ਜੋ ਸਾਡੇ ਨਾਲ ਸਮੇਂ-ਸਮੇਂ ਤੇ ਕੌਮਾਂ ਧੱਕਾ ਕਰਦੀਆਂ, ਸਰਕਾਰਾਂ ਸਾਡੇ ਨਾਲ ਸਿੱਖ ਕੌਮ ਨਾਲ ਧੱਕਾ ਕਰਦੀਆਂ ਰਹੀਆਂ ਹਨ। ਅੱਜ ਵੀ ਜਿਹੜੇ ਵੀਰ 2020 ਰੈਫਰੈਂਡਮ ਦੀ ਗੱਲ ਕਰਦੇ ਹਨ, ਉਹਨਾਂ ਦੇ ਨਾਲ ਵੀ ਜੋ ਧੱਕਾ ਸਰਕਾਰ ਨੇ ਮੌਜੂਦਾ ਸਮੇਂ ਦੇ ਵਿੱਚ ਕੀਤਾ ਹੈ ਕਿ ਸਾਡਾ ਜੋ ਅਕਾਲ ਚੈਨਲ ਚੱਲ ਰਿਹਾ ਸੀ, ਜਿਸ ਉੱਤੇ ਹਮੇਸ਼ਾ ਹੀ ਸੱਚ ਦੀ ਗੱਲ ਕੀਤੀ ਜਾਂਦੀ ਸੀ, ਉਸ ਨੂੰ ਵੀ ਹਿੰਦੁਸਤਾਨ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਤੇ ਸਾਡੀ ਹੀ ਸ਼੍ਰੋਮਣੀ ਕਮੇਟੀ ਨੇ ਸਾਡੇ ਨਾਲ ਵੀ ਬਹੁਤ ਧੱਕਾ ਕੀਤਾ ਕਿ ਸਾਨੂੰ ਅਕਾਲ ਤਖਤ ਉੱਤੇ ਵੀ ਨਹੀਂ ਜਾਣ ਦਿੱਤਾ ਤੇ ਸ਼ਹੀਦਾਂ ਦੀ ਯਾਦ ਨੂੰ ਵੀ ਨਹੀਂ ਮਨਾਉਣ ਦਿੱਤਾ। ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਗਦਰੀ ਬਾਬਿਆਂ ਦੇ ਵਾਰਸ ਹਾਂ। ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਜ਼ਮੀਰ ਦੀ ਗੱਲ ਸੁਣੀਏ। ਭਾਵੇਂ ਅਸੀਂ ਗਾਹੇ ਬਗਾਹੇ ਉਹਨਾਂ ਗੱਲਾਂ ਦਾ ਵਿਰੋਧ ਅਣਜਾਣਪੁਣੇ ਵਿੱਚ ਕਰ ਜਾਂਦੇ ਹਾਂ। ਮੈਂ ਇੱਕ ਕੈਲੰਡਰ ਦੀ ਗੱਲ ਕਰਦਾ ਹਾਂ, ਨਾਨਕ ਸ਼ਾਹੀ ਕੈਲੰਡਰ ਦੀ। ਭਾਵੇਂ ਅਸੀਂ ਗਾਹੇ ਬਗਾਹੇ ਆਪਣੀ ਨਿੱਜੀ ਦੁਸ਼ਮਣੀ ਦੇ ਕਾਰਨ ਉਸ ਕੈਲੰਡਰ ਦਾ ਵਿਰੋਧ ਕਰਦੇ ਹਾਂ, ਪਰ ਇਹ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਾਡੇ ਨਾਲ ਧੱਕਾ ਕੀਤਾ ਹੈ ਤੇ ਸਾਡੇ ਜੋ ਦਿਨ ਤਿਉਹਾਰ ਹੈ ਉਹ ਵੀ ਇੱਕ ਨਹੀਂ ਰਹਿਣ ਦਿੱਤੇ। ਆਪਾਂ ਸਾਰਿਆਂ ਨੇ ਆਪਣੇ ਜ਼ਮੀਰ ਦੀ ਗੱਲ ਸੁਣਨੀ ਹੈ ਤੇ ਆਪਾਂ ਸਾਰਿਆਂ ਨੇ ਸਾਥ ਦੇਣਾ ਹੈ ਸਿੱਖ ਕੌਮ ਦੇ ਘਰ ਦੀ ਪ੍ਰਾਪਤੀ ਹੋ ਸਕੇ। ਹੁਣ ਬੇਨਤੀ ਕਰਦਾ ਹਾਂ ਭਾਈ ਸਾਬੀ ਸਿੰਘ ਜੀ ਹੁਣਾਂ ਨੂੰ ਕਿ ਉਹ ਸਟੇਜ ਉੱਤੇ ਆਉਣ, ਸੰਗਤਾਂ ਦੇ ਨਾਲ ਤਕਰੀਬਨ 10-15 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨੇ ਹਨ ਉਹਨਾਂ ਨੇ। ਤੇ ਏਕਤਾ ਟੀਵੀ ਵਾਲਿਆਂ ਦਾ ਤੇ ਰੇਡੀਓ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਰੀ ਲਾਈਵ ਕਵਰੇਜ ਦਿੱਤੀ ਹੈ। ਆਓ ਭਾਈ ਸਾਹਿਬ ਜੀ ਪਾਸੋਂ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ, ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਦਾਸ ਦੀ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਸਾਰੀਆਂ ਸੰਗਤਾਂ ਇਸ ਨਾਮਰਾਦ ਬਿਮਾਰੀ ਦੇ ਚੱਲਣ ਤੋਂ ਬਾਅਦ ਵੀ ਸਿਟੀ ਜਾਂ ਕਾਉਂਟੀ ਦੇ ਦੱਸੇ ਹੋਏ ਆਦੇਸ਼ਾਂ ਉੱਤੇ 2 ਦੀਵਾਨ ਹਾਲਾਂ ਦੇ ਵਿੱਚ ਵੰਡ ਕੇ ਗੁਰੂ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣ ਰਹੇ ਹੋ। ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿਉਂਕਿ ਅੱਜ ਅਸੀਂ ਉਸ ਦਿਨ ਲਈ ਇਕੱਠੇ ਹੋਏ ਆ ਜਿਹੜਾ ਕਈ ਯੁੱਗਾਂ ਦੇ ਵਿੱਚ ਕਈ ਪ੍ਰਾਣੀਆਂ ਦੀਆਂ ਜ਼ਿੰਦਗੀਆਂ ਨਾਲ ਜੁੜਿਆ ਹੁੰਦਾ। ਜੇ ਇਸ ਪ੍ਰੋਗਰਾਮ ਤੇ ਨਾ ਇਕੱਠ ਹੋ ਸਕਦਾ ਤੇ ਸੰਗਤ ਨੇ ਬੜੇ ਮੌਜੂਸ ਹੋਣਾ ਸੀ। ਖੁਸ਼ੀਆਂ ਦੇ ਖੇੜਿਆਂ ਦੇ ਟਾਈਮਾਂ ਦੇ ਵਿੱਚ ਅਸੀਂ ਬਹੁਤ ਇਕੱਠੇ ਹੋ ਜਾਂਦੇ ਆ। ਅੱਜ ਇਹ ਜ਼ਖਮ ਜੋ 1984 ਦੇ ਵਿੱਚ 36 ਸਾਲ ਪਹਿਲਾਂ ਉਸ ਹਿੰਦੁਸਤਾਨੀ ਗਵਰਨਮੈਂਟ ਨੇ ਉਸ ਭਾਰਤੀ ਝੂਠੀ ਲੋਕਤੰਤਰ ਸਰਕਾਰ ਨੇ ਤੁਹਾਨੂੰ ਘੱਟ ਗਿਣਤੀਆਂ ਨੂੰ, ਤੁਹਾਨੂੰ ਸਿੱਖਾਂ ਨੂੰ ਦਿੱਤਾ, ਉਹਨੂੰ ਕੋਈ ਭੁੱਲ ਨਹੀਂ ਸਕਦਾ। ਸ਼ਾਇਦ ਦਾਸ ਦੀ ਉਮਰ ਉਸ ਵੇਲੇ 10 ਸਾਲ ਦੀ ਸੀ, ਪਰ ਫਿਰ ਵੀ ਉਹ ਜ਼ਖਮ ਹੌਲੀ ਹੌਲੀ ਬਣਦੇ ਬਣਦੇ ਨਾਸੂਰ ਬਣ ਗਏ ਤੇ ਅੱਜ ਉਹ ਫੁੱਟ ਕੇ ਸਾਹਮਣੇ ਆਏ ਨੇ। ਮੇਰਾ ਖਿਆਲ ਆ ਵੀ ਖਾਲਸਾ ਕੌਮ ਦੀ, ਤੁਹਾਡੀ ਸਿੱਖ ਸੰਗਤ ਦੀ ਆਵਾਜ਼ ਕਦੇ ਇੰਨੀ ਉੱਚੀ ਨਹੀਂ ਸੁਣੀ ਗਈ ਹੋਵੇਗੀ ਅੱਜ ਜਿੰਨੀ ਇਸ ਦਹਾਕੇ ਦੇ ਵਿੱਚ ਸੁਣੀ ਗਈ ਹੈ। ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਖਾਲਿਸਤਾਨ ਲਈ, ਆਪਣੇ ਦੇਸ਼ ਦੀ ਪ੍ਰਾਪਤੀ ਲਈ ਕੰਮ ਕਰਦੀਆਂ ਨੇ, ਬਹੁਤ ਹੀ ਉਹਨਾਂ ਦੇ ਅਸੀਂ ਰਿਣੀ ਆ, ਉਹਨਾਂ ਦੇ ਅਸੀਂ ਧੰਨਵਾਦੀ ਆ। ਜੇ ਪਿੱਛੇ ਚਲੀਏ, ਜਿੰਨੇ ਸਾਡੇ ਯੋਧੇ 1984 ਤੋਂ ਲੈ ਕੇ 94 ਤੱਕ ਸਾਡੇ ਯੋਧੇ ਜਿੰਨੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਉਸ ਪੰਜਾਬ ਦੀ ਧਰਤੀ ਨੂੰ ਲਹੂ ਨਾਲ ਸਿੰਜਿਆ, ਉਹਨਾਂ ਦਾ ਦੇਣ ਅਸੀਂ ਕਦੇ ਦੇ ਨਹੀਂ ਸਕਦੇ। ਮੈਂ ਦੁਬਾਰਾ ਵਾਪਸ ਜਾਣਾ 1984 ਦੇ ਵਿੱਚ ਅੱਜ ਦੇ ਦਿਨ ਜੋ ਤੁਹਾਡੇ ਨਾਲ ਹੋਇਆ, ਬਹੁਤਾ ਡੀਟੇਲ ਦੇ ਵਿੱਚ ਨਹੀਂ ਜਾਵਾਂਗਾ ਕਿਉਂਕਿ ਤੁਸੀਂ ਸਾਰੇ ਆਮ ਸੁਣਦੇ ਰਹਿੰਦੇ ਹੋ। ਇਹਨਾਂ ਦਾ ਲਾ ਕੇ ਚੱਲ ਲਓ ਕਿ ਵੱਧ ਅਧਿਕਾਰਾਂ ਦੀ ਗੱਲ ਕਰਨ ਤੋਂ ਬਾਅਦ ਤੁਹਾਡੇ ਨਾਲ ਇਹ ਕੁਝ ਹੋਇਆ ਸੀ। ਉਹ ਯੋਧਾ, ਉਹ ਸੰਤ, ਉਹ ਪੂਰਨ ਸੰਤ
ਜਿਹਨੂੰ ਕਿ ਸੰਤ ਦੀ ਡੈਫੀਨੇਸ਼ਨ ਦਿੱਤੀ ਜਾ ਸਕਦੀ ਹੈ, ਕਿਉਂਕਿ ਸੰਤ ਦੀ ਡੈਫੀਨੇਸ਼ਨ ਸੇਜੇ ਕੀਤੇ ਕੋਈ ਏਡੀ ਸੌਖੀ ਡੈਫੀਨੇਸ਼ਨ ਨਹੀਂ, ਏਡੀ ਸੌਖੀ ਆਬਾਦੀ ਨਹੀਂ ਲੈਣੀ। ਸੋ ਉਸ ਸੰਤ ਦੇ ਨਾਲ ਜਿੰਨੀਆਂ ਸੰਗਤਾਂ, ਜਿੰਨੇ ਸਾਡੇ ਯੋਧੇ, ਜਿੰਨੇ ਸਾਡੇ ਵੀਰ ਵਿਚਰੇ ਨੇ, ਉਹਨਾਂ ਦੇ ਸਮਕਾਲੀਨ ਜਾਂ ਉਹਨਾਂ ਤੋਂ ਛੋਟੀ ਉਮਰ ਦੇ ਜਿੰਨੇ ਵੀ ਸਿੰਘ ਸਾਡੇ ਵਿੱਚ ਹਾਲੇ ਮੌਜੂਦ ਨੇ, ਉਹ ਬੜੇ ਫਖਰ ਨਾਲ ਦੱਸਦੇ ਹਨ ਕਿ ਉਹ ਸੰਤ ਇੱਕ ਜਿਹੋ ਜਿਹਾ ਸੰਤ ਸੀ ਜਿਹਨੂੰ ਤੁਸੀਂ ਸੰਪੂਰਨ ਬਾਣੀ ਦੇ ਹਿਸਾਬ ਨਾਲ ਸੰਤ ਕਹਿ ਸਕਦੇ ਹੋ। ਕਹਿਣੀ ਕਰਨੀ ਦਾ ਪੱਕਾ ਸੀ, ਜਾਂ ਇਹ ਕਹਿ ਲਓ ਕਿ ਹਰ ਵੇਲੇ ਸਿਮਰਨ 'ਚ ਲੱਗੇ ਰਹਿਣਾ। 5 ਗ੍ਰੰਥੀ ਤੋਂ ਸ਼ੁਰੂ ਕਰਕੇ 51 ਜਪਜੀ ਸਾਹਿਬ ਦੇ ਪਾਠ ਕਰ ਜਾਣੇ ਸਾਰੇ ਦਿਨ ਦੇ ਵਿੱਚ। ਤੁਸੀਂ ਸੋਚ ਕੇ ਦੇਖੋ ਕਿ ਸੇਮ ਟਾਈਮ ਤੇ ਕਿੰਨਾ ਕੁਝ ਕਰਦੇ ਹੋਣਗੇ। ਇੱਕ ਤੁਹਾਡੇ ਲਈ ਆਜ਼ਾਦੀ ਦੀ ਕੰਧ ਖੜੀ ਕਰ ਦਿੱਤੀ, ਸ਼ਕਤੀ ਤੇ ਭਗਤੀ। ਤੁਸੀਂ ਸੋਚੋ ਵੇ ਕਿਹੋ ਜਿਹੀ ਉਹ ਰੂਹ ਹੋਏਗੀ, ਉਹ ਰੱਬੀ ਰੂਹ ਸੀ ਜਿਹਨੂੰ ਖੋ ਜਾਣ ਤੋਂ ਬਾਅਦ ਅੱਜ ਸਾਡੇ ਕਈ ਬੜੇ ਵੀਰ ਮਾਯੂਸ ਨੇ। ਕਈ ਵਾਰੀ ਅਸੀਂ ਬਾਜਾਂ ਵੀ ਮਾਰਦੇ ਆ ਕਿ ਸੰਤ ਜੀ ਤੁਸੀਂ ਆ ਜਾਓ, ਸਾਡੇ ਤੇ ਹੁਣ ਬੜੀ ਭਾਰੀ ਵਿਫਤਾ ਪਈ ਹੈ। ਵੀਰੋ ਇੱਥੇ ਇੱਕ ਮੈਂ ਕੁਐਸਚਨ ਨਾਲ ਤੁਹਾਡੇ ਨਾਲ ਸਹਿਮਤ ਨਹੀਂ, ਕਿਉਂਕਿ ਜੋ ਉਹ ਯੋਧਾ ਕਰ ਗਿਆ, ਜੇ ਉਹ ਨਾ ਕਰਦਾ, ਜੇ ਅੱਜ ਦਾ ਘੱਲੂਘਾਰਾ ਨਾ ਹੁੰਦਾ, ਇੱਕ ਪਾਸੇ ਸਾਡੇ ਜ਼ਖਮ ਨੇ, ਮੈਂ ਮੰਨਦਾ ਗੱਲ, ਦੂਜੇ ਪਾਸੇ ਤੁਸੀਂ ਅੱਜ ਇਸ ਪਲੇਟਫਾਰਮ ਤੇ ਕਦੇ ਵੀ ਖੜੇ ਨਾ ਹੁੰਦੇ। ਜੇ ਉਹ ਸਾਡੇ 150 ਤੋਂ 100 ਤੋਂ 150 ਸਿੰਘਾਂ ਨੇ ਹਜ਼ਾਰਾਂ ਇੰਡੀਅਨ ਆਰਮੀ ਦੇ ਟੈਂਕ, ਤੋਪਾਂ, ਗੱਡੀਆਂ ਜਾਂ ਉਹਨਾਂ ਦੇ ਜਵਾਨ ਢੇਰੀ ਕਰ ਦਿੱਤੇ ਸੀ, ਤੇ ਆਪ ਹੱਸ ਕੇ, ਟਾਈਮ ਮਿੱਥ ਕੇ, ਜਗ੍ਹਾ ਮਿੱਥ ਕੇ, ਕਈ ਨਾਲ ਰਹਿਣ ਵਾਲੇ ਯੋਧੇ ਦੱਸਦੇ ਨੇ ਕਿ ਸੰਤ ਜੀ ਸ਼ਹੀਦ ਸੁਵੇਗ ਸਿੰਘ ਜੀ ਨਾਲ ਗੱਲ ਕਰਦੇ ਨਾ ਵੀ ਸ਼ਹੀਦੀ ਦਾ ਟਾਈਮ ਆ ਗਿਆ, ਵੀ ਸ਼ਹੀਦੀ ਲਈ ਸਭ ਤੋਂ ਜਗ੍ਹਾ ਕਿਹੜੀ ਵਧੀਆ ਹੋਵੇਗੀ। ਜਿੱਥੇ ਤੁਸੀਂ ਆਮ ਸੰਤਾਂ ਦੀ ਦੇਹ ਦੇਖਦੇ ਹੋ, ਸ਼ਹੀਦੀ ਤੋਂ ਬਾਅਦ ਉਸ ਥੜੇ ਵੱਲ ਨੂੰ ਇਸ਼ਾਰਾ ਕਰਦੇ ਆ ਕਿਹਾ ਕਿ ਸੁਵੇਗ ਸਿੰਘ ਮੈਨੂੰ ਆਹ ਜਗ੍ਹਾ ਵਧੀਆ ਲੱਗਦੀ ਹੈ। ਤੁਸੀਂ ਸੋਚ ਕੇ ਦੇਖੋ, ਉਹ ਯੋਧਾ ਇਹੋ ਜਿਹਾ ਯੋਧਾ ਸੀ। ਇਸ ਗੱਲ ਦੇ ਨਾਲ ਮਾਯੂਸ ਨਾ ਹੋਇਆ ਕਰੀਏ ਕਿ ਸਾਡੇ ਸਿੰਘ ਸ਼ਹੀਦ ਹੋ ਗਏ, ਸਾਡਾ ਦਰਬਾਰ ਢਾਹ ਦਿੱਤਾ, ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿੱਤਾ। ਉਹ ਪ੍ਰਾਪਤੀ ਤੁਹਾਨੂੰ ਦਿਸਣੀ ਚਾਹੀਦੀ ਹੈ। ਜੇ ਅੱਜ ਤੁਸੀਂ ਉਸ ਪਲੇਟਫਾਰਮ ਤੇ ਖੜੇ ਹੋ, ਜਾਂ ਅੱਜ ਮੈਂ ਇੱਥੋਂ ਖੜਾ ਹੋ ਕੇ ਆਜ਼ਾਦੀ ਦਾ ਨਾਅਰਾ ਮਾਰਦਾ, ਸੋਚ ਕੇ ਦੇਖੋ ਜੇ ਤੁਹਾਡੇ ਨਾਲ ਇਹ ਕੁਝ ਨਾ ਹੋਇਆ ਹੁੰਦਾ, ਕੀ ਤੁਸੀਂ ਕਦੇ ਆਜ਼ਾਦੀ ਦਾ ਨਾਅਰਾ ਮਾਰ ਸਕਦੇ ਸੀ? ਇਹ ਉਹੀ ਗਦਰੀ ਬਾਬਿਆਂ ਦੀ ਧਰਤੀ ਹੈ। ਗੁਰੂ ਘਰ ਜਦੋਂ ਵੀ ਆਉਨੇ ਆ ਛਾਤੀ ਫੁੱਲ ਕੇ ਦੁੱਗਣੀ ਹੋ ਜਾਂਦੀ ਆ। ਆ ਪ੍ਰੈਸ ਮੇਰੇ ਮੋਹਰੇ ਪਈ ਆ, ਪੱਠੇ ਕੁਤਰਨ ਵਾਲੀ ਮਸ਼ੀਨ ਵਰਗੀ ਇਹ ਪ੍ਰੈਸ ਆ। ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਜਿੰਨੀ ਵਾਰ ਵੀ ਗੁਲਾਮ ਹੋਇਆ, ਓਨੀ ਵਾਰ ਇਦਾਂ ਦੇ ਯੋਧੇ ਉੱਠੇ ਆ। ਉਹ ਪ੍ਰੈਸ ਆ ਜਿਹਨੂੰ ਮੇਰੇ ਉਹਨਾਂ ਗਦਰੀ ਬਾਬਿਆਂ ਦੇ ਹੱਥ ਲੱਗੇ, ਜਿਹਨੂੰ ਮੇਰੇ ਉਹਨਾਂ ਗਦਰੀ ਬਾਬਿਆਂ ਦੇ ਹੱਥ ਲੱਗਣ ਦਾ ਪ੍ਰਮਾਣ ਹੈ ਕਿ ਇੱਥੋਂ ਪ੍ਰੈਸ ਸਵੇਰ ਨੂੰ ਅਖਬਾਰ ਛਾਪ ਕੇ ਇੱਥੋਂ ਬਰਕਲੇ ਯੂਨੀਵਰਸਿਟੀ ਪੜ੍ਹਨ ਜਾਣ ਵਾਲਾ ਯੋਧਾ ਕਰਤਾਰ ਸਿੰਘ ਸਰਾਭਾ, ਜਿਹਨੂੰ ਕਈ ਵਾਰ ਅਸੀਂ ਅਣਗੌਲਿਆਂ ਕਰ ਦਿੰਦੇ ਆ, ਉਹ ਕਿਹੋ ਜਿਹਾ ਯੋਧੇ ਹੋਣਗੇ। ਉਸ ਟਾਈਮ ਵੀ ਧੱਕਾ ਹੋਇਆ ਸੀ, ਤੁਹਾਡਾ ਆਪਣਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਸ ਟਾਈਮ ਵੀ ਪੰਜਾਬ ਤੋਂ ਰਾਜ ਖੋਇਆ ਗਿਆ ਸੀ। ਉਸ ਟਾਈਮ ਤੇ ਪੰਜਾਬ ਤੋਂ ਰਾਜ ਖੋਣ ਦੇ ਵਿੱਚ ਮੇਰਾ ਖਿਆਲ ਹੈ ਵੀ ਤੁਸੀਂ 100 ਸਾਲ ਨਹੀਂ ਸੀ ਆਪਣਾ ਠਹਿਰ ਸਕੇ। 100 ਸਾਲ ਦੇ ਵਿੱਚ ਤੁਹਾਨੂੰ ਆਜ਼ਾਦੀ ਫੇਰ ਮਿਲ ਜਾਣੀ ਸੀ, ਜਿਹੜੀ ਨਹੀਂ ਮਿਲੀ। ਜਿਹੜਾ ਕਰਤਾਰ ਸਿੰਘ ਸਰਾਭਾ, ਜਿਹੜੇ ਸਾਡੇ ਗਦਰੀ ਬਾਬੇ, ਜੋ ਸਾਡਾ ਆਲੇ ਦੁਆਲੇ ਦਾ ਇੱਥੇ ਕਾਮਰੇਡ ਲਾਣਾ ਆ, ਉਹਨੂੰ ਆਪਣੇ ਨਾਲ ਜੋੜ ਕੇ ਹਿੰਦੂ ਹੋਣ ਦਾ ਸਬੂਤ ਦਿੰਦਾ। ਉਹ ਇਹ ਯੋਧੇ ਸਨ, ਉਹ ਸਿੱਖ ਯੋਧੇ ਸਨ ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਲਈ ਲੜਾਈ ਲੜੀ ਸੀ, ਨਾ ਕਿ ਭਾਰਤ ਮਾਤਾ ਦੀ ਆਜ਼ਾਦੀ ਲਈ ਲੜਾਈ ਲੜੀ ਸੀ। ਗੋਰਿਆਂ ਹੱਥੋਂ ਅਸੀਂ ਗੁਲਾਮ ਹੁੰਨੇ ਆ ਪੰਜਾਬ ਦੇ ਤੌਰ ਤੇ। ਸਾਡਾ ਦੇਸ਼ ਪੰਜਾਬ ਹੈ, ਨਾ ਕਿ ਰਾਜ ਪੰਜਾਬ ਹੈ। ਸਾਡਾ ਦੇਸ਼ ਪੰਜਾਬ ਗੁਲਾਮ ਹੁੰਦਾ ਗੋਰਿਆਂ ਕੋਲੋਂ, ਗੋਰਿਆਂ ਦੇ ਹੱਥੋਂ ਅਸੀਂ ਗੁਲਾਮ ਹੋ ਜਾਂਦੇ ਆ। ਸਾਡੀਆਂ ਸੰਧੀਆਂ ਲਿਖੀਆਂ ਜਾਂਦੀਆਂ ਤੇ ਮੇਰੇ ਇਹ ਵੀਰ ਪੰਜਾਬ ਆਜ਼ਾਦ ਕਰਾਉਣ ਲਈ ਉੱਠਦੇ। ਹੁਣ ਜਿਹੜੇ ਮੇਰੇ ਬੱਚੇ ਆ, ਜਿਹੜੇ ਮੇਰੇ ਗਾਂ ਸਕੂਲਾਂ 'ਚ ਪੜ੍ਹਦੇ ਬੱਚੇ, ਉਹਨਾਂ ਨੂੰ ਸਿਖਾਇਆ ਜਾਂਦਾ ਕਿ ਭਾਰਤ ਮਾਤਾ ਦੀ ਆਜ਼ਾਦੀ ਲਈ ਆ ਪ੍ਰੈਸ ਵਰਤੀ ਗਈ ਸੀ। ਨਹੀਂ, ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ। ਇਹ ਦੇਸ਼ ਪੰਜਾਬ ਦੀ, ਇਹ ਉਸ ਖੁੱਸੇ ਹੋਏ ਰਾਜ ਦੀ, ਇਹ ਉਸ ਕੋਹੇ ਨੂਰ ਵਾਲੇ ਹੀਰਿਆਂ ਦੇ ਰਾਜ ਦੀ ਪ੍ਰਾਪਤੀ ਲਈ ਪ੍ਰੈਸ ਵਰਤੀ ਗਈ ਸੀ। ਇੱਥੋਂ ਸਾਡੇ ਦਿਮਾਗ ਦੇ ਵਿੱਚ, ਖਾਸ ਕਰਕੇ ਜਿਹੜੀ ਸਾਡੀ ਜਨਰੇਸ਼ਨ ਵੀ ਸੀ, ਉਹਦੇ ਦਿਮਾਗ ਦੇ ਵਿੱਚ ਵੀ ਇਹ ਭੁਲੇਖਾ ਪਾਇਆ। ਖੈਰ, ਉਹਨਾਂ ਨੇ ਆਪਣੀ ਆਜ਼ਾਦੀ ਲਈ, ਉਹਨਾਂ ਨੇ ਆਪਣੀ ਆਜ਼ਾਦੀ ਲਈ ਹੱਸ-ਹੱਸ ਕੇ ਜਾਨਾਂ ਵਾਰੀਆਂ, ਚਿੱਠੀਆਂ ਪਈਆਂ ਇੱਥੇ
मैं कमेटी ਨੂੰ ਬੇਨਤੀ ਕਰੂੰਗਾ, ਮੇਰੇ ਵੀਰ ਹੁਣ ਯੰਗ ਵੀਰ ਕਮੇਟੀ ਦੇ ਵਿੱਚ ਬਹੁਤ ਆ ਵੀਰੋ, ਜੇ ਹੋ ਸਕੇ ਇਹੋ ਜਿਹਾ ਸਰਮਾਇਆ ਸਾਡੇ ਕੋਲ ਇੱਥੇ ਪਿਆ ਜਿਹਨੂੰ ਤੁਸੀਂ ਲੈਮੀਨੇਟ ਕਰਕੇ ਕੰਧਾਂ ਦੇ ਵਿੱਚ ਇੱਥੇ ਫੋਟੋਆਂ ਬਣਾ ਕੇ ਲਾਓ। ਕਰਤਾਰ ਸਿੰਘ ਸਰਾਭੇ ਦੀਆਂ ਪੰਜਾਬ ਗਏ ਦੀਆਂ ਚਿੱਠੀਆਂ ਮੈਂ ਹੁਣੇ ਆਪਣੇ ਵੀਰ ਤੋਂ ਬਾਹਰ ਇੱਕ ਗੱਲ ਸੁਣ ਰਿਹਾ ਸੀ ਵੀ ਕਰਤਾਰ ਸਿੰਘ ਸਰਾਭਾ ਪੰਜਾਬ ਜਾ ਕੇ ਗਦਰੀ ਬਾਬਿਆਂ ਨੂੰ ਵਿਸਾਖਾ ਸਿੰਘ ਨੂੰ ਚਿੱਠੀ ਲਿਖਦਾ, ਬਾਬਾ ਵਿਸਾਖਾ ਸਿੰਘ ਵੀ ਬਾਬਾ ਜੀ ਵੀ ਇੱਥੇ ਹਾਲੇ ਲੋਕ ਆਜ਼ਾਦੀ ਲਈ ਤਿਆਰ ਨਹੀਂ, ਵੀ ਇੱਥੇ ਹਾਲੇ ਲੋਕਾਂ ਦੇ ਵਿੱਚ ਇੰਨੀ ਮੁਹਿੰਮ ਨਹੀਂ ਜਿੰਨੀ ਅਸੀਂ ਬਾਹਰੋਂ ਲੈ ਕੇ ਤੁਰੇ ਹਾਂ। ਜਿੱਦਾਂ ਹੁਣ ਸਾਨੂੰ ਆਮ ਜਿੰਨੇ ਵੀ ਅਸੀਂ ਪ੍ਰੋ ਖਾਲਸਤਾਨੀ ਆ ਸਾਨੂੰ ਆਮ ਮਿਹਣੇ ਮਿਲਦੇ, ਤੇ ਬਾਬਾ ਜੀ ਉਹਨੂੰ ਚਿੱਠੀ ਦੁਆਰਾ ਲਿਖਦੇ ਆ ਵੀ ਕਰਤਾਰ ਸਿੰਘ ਵੀ ਏਦਾਂ ਕਰ, ਫਿਰ ਤੂੰ ਵਾਪਸ ਆ ਜਾ, ਤੂੰ ਵਾਪਸ ਆ ਜਾ, ਇਹ ਤੋਂ ਪਹਿਲਾਂ ਕਿ ਤੈਨੂੰ ਇਹ ਹਕੂਮਤ ਚੜ ਕੇ ਫੜ ਕੇ ਸੂਲੀ ਤੇ ਚਾੜੇ ਜਾਂ ਕੋਈ ਸਜ਼ਾ ਦੇਵੇ, ਤੂੰ ਵਾਪਸ ਆ ਜਾ। ਇਹ ਦੱਸਦੇ ਨੇ ਵੀ ਚਿੱਠੀ ਦੇ ਵਿੱਚ ਦੂਜੀ ਵਾਰ ਜਵਾਬ ਸਰਾਭਾ ਕਾਬਲ ਤੋਂ ਦਿੰਦਾ। ਉਸ ਟਾਈਮ ਤੇ ਹਵਾਈ ਜਹਾਜ਼ਾਂ ਤੇ ਸਫ਼ਰ ਨਹੀਂ ਹੋਇਆ ਕਰਦੇ ਸਨ, ਰਸ਼ੀਆ ਤੋਂ ਆ ਕੇ ਕਿਤੇ ਸ਼ਿਪ ਦੇ ਵਿੱਚ ਬਹਿਣਾ ਸੀ। ਕਾਬਲ ਤੋਂ ਸੂਰਮਾ ਪਿੱਛੇ ਨੂੰ ਮੁੜਦਾ, ਕਹਿੰਦਾ ਨਹੀਂ, ਜੇ ਸ਼ਹੀਦੀ ਹੁਣ ਨਾ ਦਿੱਤੀ, ਜੇ ਮੈਂ ਹੱਸ ਕੇ ਹੁਣ ਸ਼ਹੀਦ ਨਾ ਹੋਇਆ ਤਾਂ ਇਹ ਲਹਿਰ ਮੁੜ ਕੇ ਕਦੇ ਖੜੀ ਨਹੀਂ ਹੋਣੀ। ਉਹੀ ਗੱਲਾਂ ਸਾਡਾ ਜਿਹੜਾ ਟਾਈਮ ਆ ਆਪਣੇ ਆਪ ਨੂੰ ਜ਼ਰੂਰ ਦੁਹਰਾਉਂਦਾ। ਤੁਸੀਂ ਜਿੰਨੇ ਪੁਰਾਤਨ ਸ਼ਹੀਦ ਤੁਸੀਂ ਦੇਖੇ ਹਨ, ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਤੱਤੀਆਂ ਤਵੀਆਂ ਤੋਂ ਬਹਿਣ ਦੇ ਸਫ਼ਰ ਤੋਂ ਲੈ ਕੇ ਭਾਈ ਗੁਰਦੇਵ ਸਿੰਘ ਦੇਬੂ ਜਿਹਨੂੰ ਕੜਾਹੇ ਦੇ ਵਿੱਚ ਉਬਾਲ ਦੇਣਾ, ਇੱਕ ਸਿੰਘ ਇੱਕ ਜੀ, ਅਸੀਂ ਚੀਚੀ ਦਾ ਲਹੂ ਦੇਣ ਜੋਗੇ ਨੇ ਜੀ, ਮੈਂ ਵੀ ਉਹਨਾਂ ਵਿੱਚੋਂ ਹੀ ਹਾਂ। ਜਾਨ ਬੜੀ ਪਿਆਰੀ ਹੈ, ਬੜੀ ਰੰਗਲੀ ਦੁਨੀਆ ਜਾਣ ਨੂੰ ਦਿਲ ਨਹੀਂ ਕਰਦਾ, ਇੱਕ ਚੀਚੀ ਦਾ ਲਹੂ ਦੇਣ ਜੋਗੇ ਹਾਲੇ ਅਸੀਂ ਨਹੀਂ ਹੋਏ। ਯੋਧੇ ਨੇ ਬਾਣੀ ਤੇ ਬਾਣੇ ਨਾਲ ਜੁੜੇ ਉਹ ਯੋਧੇ ਨੇ ਜਿਹੜੇ ਹਾਲੇ ਵੀ ਜਾਨਾਂ ਦੇਣ ਨੂੰ ਤਿਆਰ ਨੇ, ਸਾਡੇ ਵਿੱਚ ਬਹੁਤ ਬੈਠੇ ਨੇ। ਮੈਂ ਆਪਣੀ ਗੱਲ ਕਰਦਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਭਾਈ ਗੁਰਦੇਵ ਸਿੰਘ ਦੇਬੂ ਨੂੰ ਤਪਦੇ ਪਾਣੀ ਦੇ ਕੜਾਹੇ ਦੇ ਵਿੱਚ ਉਬਾਲਿਆ ਜਾਂਦਾ। ਕੀ ਇਹ ਇਤਿਹਾਸ ਘੱਟ ਹੈ ਤੁਹਾਡੇ ਪੁਰਾਣੇ ਇਤਿਹਾਸ ਨਾਲ? ਜੇ ਅਸੀਂ ਨਹੀਂ ਜੁੜ ਸਕੇ, ਜੇ ਅਸੀਂ ਬਾਜੇ ਵੇਲੇ ਕਹਿ ਦਿੰਦੇ ਹਾਂ ਜੀ ਸਾਡਾ ਪੁਰਾਣਾ ਇਤਿਹਾਸ, ਉਹ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਕਰਤਾਰ ਸਿੰਘ ਸਰਾਭਾ ਹੱਸ ਕੇ ਫਾਂਸੀ ਤੇ ਚੜ੍ਹਦਾ ਤੇ ਉਦੋਂ ਬਾਅਦ ਚ ਯੋਧਿਓ ਰੀਤ ਪੈ ਜਾਂਦੀ ਆ। ਇਹ ਸੋਚਣ ਵਾਲੀਆਂ ਗੱਲਾਂ ਆਪਣੇ ਦਿਮਾਗ ਤੇ ਦਿਆ ਕਰੋ ਟੈਨਸ਼ਨ, ਕਿ ਜਿੰਨੇ ਵੀ ਯੋਧੇ ਪੰਜਾਬ ਲਈ ਲੜੇ ਨੇ, ਜਿੰਨੇ ਵੀ ਯੋਧੇ ਪੰਜਾਬ ਲਈ ਫਾਂਸੀ ਤੇ ਚੜ੍ਹੇ ਨੇ, ਉਹ ਹੱਸਦਿਆਂ ਹੀ ਫਾਂਸੀ ਤੇ ਚੜ੍ਹੇ ਨੇ। ਇੱਕ ਯੋਧਾ ਆਪਣਾ ਫੇਸ ਪੇਸ਼ ਕਰ ਜਾਂਦਾ ਕਿ ਹੱਸਦਿਆਂ ਫਾਂਸੀ ਚੜ੍ਹਨਾ ਜਾਨ ਸਾਡੇ ਲਈ ਕੁਛ ਨਹੀਂ, ਅਸੀਂ ਆਪਣਾ ਪੰਜਾਬ ਆਜ਼ਾਦ ਕਰਾਉਣਾ। ਫਿਰ ਤੁਹਾਡਾ ਯੋਧਾ 84 ਦੇ ਵਿੱਚ ਆਉਂਦਾ, ਫਿਰ ਉਹ ਚੈਲੰਜ ਕਰਦਾ ਐਡੀ ਵੱਡੀ ਗਵਰਨਮੈਂਟ ਨੂੰ ਕਿ ਮੇਰੇ ਵੱਲ ਨੂੰ ਮੂੰਹ ਕਰਕੇ ਦੇਖੋ, ਤੁਸੀਂ ਸੋਚਦੇ ਆ ਕਿ 100-200 ਸਿਪਾਹੀ ਮੈਨੂੰ ਫੜ ਕੇ ਲੈ ਜਾਊਗਾ, ਇਧਰ ਨੂੰ ਮੂੰਹ ਤੇ ਕਰੋ, ਮੈਂ ਟਰੱਕਾਂ ਦੇ ਟਰੱਕ ਭਰ ਕੇ ਭੇਜੂਗਾ। ਇਹ ਕਹਿਣੀ ਹੋ ਗਈ ਜੀ, ਇਹਨੂੰ ਕਹਿਣੀ ਇੱਕ ਚੈਲੰਜ ਕਰ ਦਿੱਤਾ। ਤੇ ਕਥਨੀ ਤੁਸੀਂ ਦੇਖ ਲਈ ਅੱਜ ਦੇ ਦਿਨ ਕਿੱਦਾਂ ਟਰੱਕ ਭਰ ਹੋਣ ਡਿਆ CRPF ਦੇ ਉੱਤੇ। ਜੇ ਦਰਬਾਰ ਦਾ, ਜੇ ਪ੍ਰਕੰਮਿਆਂ ਦਾ ਸਾਰਾ ਫਰਸ਼ ਲਹੂ ਨਾਲ ਲਾਲ ਹੋ ਗਿਆ ਸੀ, ਪਰ ਉਸ ਯੋਧੇ ਨੇ ਟਰੱਕ ਭਰ ਕੇ ਭੇਜੇ ਸੀ। ਤੇ ਦੂਜਾ ਉਹਦਾ ਚੈਲੰਜ ਇਹ ਸੀ ਵੀ ਜੀਂਦੇ ਨੂੰ ਫੜ ਕੇ ਨਹੀਂ ਲਿਜਾ ਸਕਦੇ। ਦੂਜੀ ਕਹਿਣੀ ਇਸ ਤੇ ਕਥਨੀ ਤੁਹਾਡੇ ਸਾਹਮਣੇ ਹੋ ਗਈ ਸਾਰਿਆਂ ਦੇ ਵੀ ਮਿੱਟੀ ਆ, ਮਿੱਟੀ ਨੂੰ ਬਸ ਜੋ ਮਰਜ਼ੀ ਕਰੀ ਆ, ਮੈਨੂੰ ਜੀਂਦੇ ਨੂੰ ਹੱਥ ਲਾ ਕੇ ਦਿਖਾ। ਉਹ ਰੱਬੀ ਯੋਧੇ, ਉਹ ਅਣਖੀ ਯੋਧੇ ਤੁਹਾਨੂੰ ਬਾਰ-ਬਾਰ ਆ ਕੇ ਲਲਕਾਰਦੇ ਨੇ, ਤੁਹਾਨੂੰ ਬਾਰ-ਬਾਰ ਆ ਕੇ ਆਜ਼ਾਦੀ ਦੀ ਗੱਲ ਕਰਨ ਨੂੰ ਦੱਸਦੇ ਨੇ। ਮੇਰੀਆਂ ਭੈਣਾਂ, ਚਲੋ ਅਸੀਂ ਤੇ ਥੋੜੀ ਸੰਗਤ ਰਹਿ ਗਏ ਹੁਣ, ਇਹੋ ਜਿਹਾ ਸਿਸਟਮ ਅਸੀਂ ਕੀਤਾ, ਸੰਗਤ ਬਾਹਰ ਜਾਂਦੀ ਨਾਲ ਮੱਥਾ ਟੇਕ ਕੇ। ਕਿਤੇ ਭੈਣੋਂ ਵੀਰੋ ਜਾ ਕੇ ਚੰਡੀਗੜ੍ਹ ਦਾ ਜਿਹੜਾ ਪੰਜਾਬ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਉਹ ਪੜ੍ਹ ਕੇ ਦੇਖਿਓ। ਉਹਦੇ ਵਿੱਚ ਮੈਨੂੰ ਇਹ ਦੱਸਿਓ ਵੀ ਕਿੰਨੀਆਂ ਕੁ ਚੀਜ਼ਾਂ ਗੈਰ ਕਾਨੂੰਨੀ ਸੀ, ਕਿੰਨੀਆਂ ਕੁ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹਨੂੰ ਤੁਸੀਂ ਮੰਗਲਵਾੜੇ ਨੂੰ ਅੱਤਵਾਦੀ ਕਹਿ ਸਕੋ। ਮੈਨੂੰ ਗਿਣਵੀਆਂ ਚੁਣਵੀਆਂ ਚੀਜ਼ਾਂ ਉਹਨਾਂ ਵਿੱਚੋਂ ਦੱਸੋ ਕਿ ਉਹ ਚੀਜ਼ਾਂ ਮੰਗਣ ਵਾਲਾ ਕਿਵੇਂ ਅੱਤਵਾਦੀ ਹੋ ਸਕਦਾ ਹੈ। ਤੇ ਉਸ ਤੋਂ ਬਾਅਦ ਜਦੋਂ ਨਹੀਂ ਉਹ ਮੰਨੇ, ਇੱਕ ਯੋਧੇ ਨੇ ਹੋਰ ਕਹਿਣੀ ਕੀਤੀ ਸੀ, ਕਥਨੀ ਤੁਸੀਂ ਕਰਨੀ ਆ ਜੇ ਆਪਣੀ ਕਹਿਣੀ ਕਥਨੀ ਦੇ ਪੂਰੇ ਨੇ। ਯੋਧੇ ਨੇ ਕਿਹਾ ਸੀ ਵੀ ਜਿੱਦਣ ਤੁਸੀਂ ਸਰਕਾਰੀ ਮਸ਼ੀਨਰੀ ਟੈਂਕਾਂ ਤੋਪਾਂ ਲੈ ਕੇ ਦਰਬਾਰ ਸਾਹਿਬ ਵੱਲ ਨੂੰ ਵੱਧ ਗਏ, ਅਕਾਲ ਤਖਤ ਸਾਹਿਬ ਨੂੰ ਵੱਧ ਗਏ, ਐਂਟਰੀ ਕਰ ਲਈ, ਫਿਰ ਮੈਂ ਵੱਖਰਾ ਰਾਜ ਮੰਗਾਂਗਾ। ਤੁਸੀਂ ਵੱਖ ਪਹਿਲੇ ਦਿਨ ਤੁਸੀਂ 55 ਦੇ ਵਿੱਚ ਹੀ ਕਹਿਤਾ ਸੀ, 47 ਤੇ 350 ਤੇ 8 ਸਾਲਾਂ 'ਚ ਕਹਿਤਾ ਸੀ ਵੀ ਆਹ ਤੁਹਾਡਾ ਬਣ ਗਿਆ ਸੰਵਿਧਾਨ ਤੇ ਤੁਸੀਂ ਹੈਗੇ ਆ ਹਿੰਦੂ ਕੌਮ ਦਾ ਹਿੱਸਾ, ਤੁਸੀਂ ਕੋਈ ਵੱਖਰੇ ਨਹੀਂ। ਚੰਦੂ ਲਾਲ ਤਰਵੇਦੀ ਵਰਗੇ ਗਵਰਨਰ ਕਹਿੰਦੇ ਆ 3 ਸਾਲਾਂ ਦੇ ਵਿੱਚ ਰੈਮ ਪੇਸ਼ਾ ਕੌਮ ਇਹਨਾਂ ਤੇ ਨਿਗਾਹ ਰੱਖਿਓ। ਉਹ ਨਹਿਰੂ, ਉਹ ਗਾਂਧੀ ਜਿਹੜਾ ਹੱਸ ਕਹਿੰਦਾ ਸੀ ਕਿ ਉੱਤਰ ਵਾਲੇ ਪਾਸੇ ਤੁਹਾਨੂੰ ਇਹੋ ਜਿਹਾ ਇੱਕ ਖਿੱਤਾ ਦੇਵਾਂਗੇ, ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ,
ਜੋ ਤੁਸੀਂ ਫੈਸਲੇ ਲਓਗੇ ਉਹ ਸਾਨੂੰ ਮਨਜ਼ੂਰ ਹੋਗੇ, ਤੁਹਾਡਾ ਇੱਕ ਯਾਦ ਖਿੱਤਾ ਹੋਊਗਾ। ਤੇ ਤਾਰਾ ਸਿੰਘ ਵਰਗੇ ਗਦਾਰ ਜਦੋਂ ਮੁੜ ਕੇ ਉਹਦੇ ਕੋਲ ਗਏ ਸੀ, ਉਹ ਕਹਿੰਦੇ ਸੀ वो जमाना और था, अब जमाना और है। ਤੇ ਨਾਲੇ ਚੰਦੂ ਲਾਲ ਦਰਵੇਦੀ ਕਹਿੰਦਾ ਸੀ ਕਿ ਇਹ ਜਿਹੜੀ ਕੌਮ ਹੈ ਮਾਰ ਵੱਢ ਖਾਣੀ ਕੌਮ ਹੈ, ਇਹਨਾਂ ਤੇ ਨਿਗਾਹ ਰੱਖੀ ਜਾਵੇ। ਉਸ ਦਿਨ ਹੀ ਤੁਹਾਡੀ ਵੱਖਰੇ ਦੇਸ਼ ਦੀ ਗੱਲ ਬਣਦੀ ਸੀ, ਪਰ ਉਹ ਯੋਧਾ ਕਿੱਡੇ ਪੀਸ ਵਾਲਾ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ, ਜਿਹਨੇ ਆਪਣੀ ਕਹਿਣੀ ਕੀਤੀ ਕਿ ਜਦੋਂ ਟੈਂਕ ਤੇ ਤੋਪਾਂ ਦਰਬਾਰ ਸਾਹਿਬ ਅਕਾਲ ਤਖਤ ਤੇ ਆਉਣਗੇ ਫਿਰ ਅਸੀਂ ਖਾਲਿਸਤਾਨ ਮੰਗਾਂਗੇ, ਫਿਰ ਉਹਦੀ ਨੀਂਹ ਰੱਖੀ ਜਾਊਗੀ। ਖਾਲਸਾ ਜੀ ਨੀਂਹ ਰੱਖ ਦਿੱਤੀ ਹੈ ਤੇ ਕਥਨੀ ਤੁਸੀਂ ਕਰਾਉਣੀ ਹੈ। ਜਾਣੇ ਜਾਣੇ ਗਾਹੇ ਬਗਾਹੇ ਜਾਣੇ ਅਣਜਾਣੇ ਕੋਈ ਵੀ ਜਿਹੜਾ ਮੇਰਾ ਵੀਰ ਆਪਣੇ ਯਾਦ ਰਾਜ ਦੀ ਪ੍ਰਾਪਤੀ ਲਈ ਲੜਦਾ ਉਹਦਾ ਵਿਰੋਧ ਨਾ ਕਰਿਆ। ਹਾਕੇ ਤੁਸੀਂ ਸਾਰੇ ਬਾਜੇ ਵੇਲੇ ਮੇਰੇ ਵਰਗੇ ਕਈ ਹੰਕਾਰੀ ਸਟੇਜ ਤੋਂ ਆ ਕੇ ਬੋਲਣ ਬਹਿ ਜਾਂਦੇ ਆ, ਫਿਰ ਉਹ ਵਿਰੋਧ ਕਰਦੇ ਆ ਸਿਰਫ ਆਪਣੀ ਫੇਮ ਲਈ, ਆਪਣੇ ਹੋਮੇ ਲਈ। ਮੈਨੂੰ ਪਤਾ ਅੰਦਰੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਬੈਠਿਆਂ ਨੂੰ ਪੁੱਛਦਾ, ਕੀ ਤੁਹਾਨੂੰ ਸ਼ਾਂਤੀ ਵਾਲਾ, ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਵਾਲਾ, ਆਪਣੀ ਰੋਜੀ ਕਮਾਉਣ ਵਾਲਾ, ਨਸ਼ਿਆਂ ਤੋਂ ਬਿਨਾਂ ਹਰ ਇੱਕ ਧਰਮ ਦੀ ਬਰਾਬਰਤਾ ਵਾਲਾ ਰਾਜ ਚਾਹੀਦਾ? ਮੈਨੂੰ ਇੱਕ ਦੱਸੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਨਿਮਨ ਹੋਣ ਵਾਲਾ ਬੰਦਾ ਕੀ ਉਹ ਕਹੇਗਾ ਕਿ ਮੈਨੂੰ ਇਹੋ ਜਿਹਾ ਰਾਜ ਨਹੀਂ ਚਾਹੀਦਾ? ਕੀ ਸੰਤਾਂ ਦੀ ਡਿਮਾਂਡ ਇਦੋਂ ਵੱਡੀ ਕੋਈ ਡਿਮਾਂਡ ਸੀਗੀ? ਇਹੀ ਡਿਮਾਂਡ ਸੀ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਸੰਤ ਜੀ ਨੇ ਕਰ ਦਿਖਾ ਲਿਆ। ਇਹ ਸੀਨੇ ਤੁਹਾਡੇ ਤਾਂ ਹੀ ਚੌੜੇ ਨੇ, ਅੱਜ ਮੇਰੇ ਵਰਗੇ ਸਟੇਜਾਂ ਤੇ ਤਾਂ ਹੀ ਬੁੜਕਦੇ ਨੇ ਕਿ ਉਹ ਸਾਡਾ ਯੋਧਾ ਜਿਹਦੇ ਅਸੀਂ ਚੇਲੇ ਆ, ਚੈਲੰਜ ਕਰਕੇ ਆਪਣੀ ਜਾਨ ਦੇ ਗਿਆ। ਸੋ ਵੀਰੋ ਮਾਯੂਸ ਨਾ ਹੋਇਆ ਕਰੋ, ਆਓ ਆਜ਼ਾਦੀ ਵੱਲ ਨੂੰ ਹੰਭਲਾ ਮਾਰੀਏ। ਕਿਸੇ ਨੂੰ ਮੇਰਾ ਤਰੀਕਾ ਨਹੀਂ ਪਸੰਦ, ਉਹ ਆਪਣੇ ਤਰੀਕੇ ਚੱਲ ਪਓ। ਆਪਾਂ ਸਾਰੇ ਅੱਜ ਪੈਰ ਵੱਢਣ ਲੱਗ ਪਈਏ, ਆਪਾਂ ਸਾਰੇ ਜਾ ਕੇ ਘਰੇ ਆਪਣੇ ਆਪ ਨਾਲ ਪ੍ਰਣ ਕਰੀਏ, ਨਹੀਂ ਆਜ਼ਾਦੀ ਵੱਲ ਨੂੰ ਵਧਣਾ, ਨਹੀਂ ਮਾਂ ਆਜ਼ਾਦੀ ਵੱਲ ਨੂੰ ਵਧਣਾ, ਬਾਪੂ ਆਜ਼ਾਦੀ ਵੱਲ ਨੂੰ ਵਧਣਾ। ਮੈਂ ਕਹਿੰਦਾ ਸਿੱਖ ਫॉर ਜਸਟਿਸ ਦੇ ਨਾਲ ਅਸੀਂ ਕੰਮ ਕਰਦੇ ਆ, ਸਾਨੂੰ ਤਰੀਕਾ ਸਹੀ ਲੱਗਾ। ਮੈਨੂੰ ਲੱਗਦਾ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਜੇ ਇੰਡੀਅਨ ਸਰਕਾਰ ਦੇ ਗਲ ਦੀ ਹੱਡੀ ਬਣਿਆ ਤਾਂ ਅਸੀਂ ਬਣੇ ਆ ਕਿਹਦੇ ਕਰਕੇ? ਉਸ ਯੋਧੇ ਕਰਕੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਰਕੇ। ਰਹਿਮਤ ਉਹਦੀ, ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਸਦਕਾ ਉਹਨਾਂ ਸ਼ਹੀਦੀ ਦਿੱਤੀ ਤੇ ਇੱਥੋਂ ਨਿਮਨ ਹੋ ਕੇ ਤੁਸੀਂ ਉੱਠਣਾ, ਆਜ਼ਾਦੀ ਵੱਲ ਨੂੰ ਵਧਣਾ। ਹੋ ਸਕਦਾ ਸਾਡਾ ਤਰੀਕਾ ਕਿਸੇ ਨੂੰ ਨਾ ਪਸੰਦ ਹੋਵੇ, ਕਿਸੇ ਤੇ ਥੋਪਾਂਗੇ ਨਹੀਂ। ਇੱਕ ਛੋਟੀ ਜੀ ਰਾਏ ਮੰਗਣ ਲੱਗੇ ਆ ਨਵੰਬਰ ਦੇ ਵਿੱਚ, ਸਾਨੂੰ ਲੱਗਦਾ ਕਿ ਸਾਡਾ ਉਹ ਤਰੀਕਾ ਸਫਲ ਰਹੂਗਾ। ਛੋਟੀ ਜੀ ਰਾਏ ਮੰਗਣ ਲੱਗੇ ਆ, ਰਾਏ ਸ਼ੁਮਾਰੀ ਕਹਿ ਲਓ, ਰੈਫਰੈਂਡਮ ਦੀਆਂ ਵੋਟਾਂ ਕਹਿ ਲਓ, ਨੌਨ ਬਾਈਂਡਿੰਗ ਰੈਫਰੈਂਡਮ ਕਹਿ ਲਓ, ਉਹ ਤੁਹਾਡੇ ਤੋਂ ਵੋਟਾਂ ਮੰਗਣੀਆਂ। ਖਾਲਸਾ ਜੀ ਮੇਰਾ ਖਿਆਲ ਹੈ ਰੇਡੀਓ ਥਰੂ ਮੇਰੀ ਆਵਾਜ਼ ਸਾਰੀਆਂ ਸੰਗਤਾਂ ਤੱਕ ਜਾਂਦੀ ਹੋਗੀ। ਉਹ ਵੋਟਾਂ ਮੰਗਣੀਆਂ ਖਾਲਸਾ ਜੀ, ਕਿਸੇ ਤੋਂ ਅਸੀਂ ਕੋਈ ਵਾਧੂ ਚੀਜ਼ ਨਹੀਂ ਮੰਗਦੇ, ਕਿ ਤੁਹਾਡੀ ਰਾਏ ਮੰਗਣੀ ਆ। ਅਸੀਂ ਇਹ ਕਹਿੰਦੇ ਆ ਵੀ ਨਾ ਪੱਖੀ ਵੀ ਉਹਦੇ ਵਿੱਚ ਵੈਲਕਮ ਨਹੀਂ। ਸਾਡੇ ਕਈ ਵੀਰ ਹੋ ਸਕਦਾ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਹੋਵੇ, ਉਹ ਨਾ ਵਾਲੇ ਨਾ ਚ ਜਾਣਗੇ, ਹਾਂ ਵਾਲੇ ਹਾਂ ਚ ਜਾਣਗੇ। ਸਾਨੂੰ ਲੱਗਦਾ ਕਿ ਇਹ ਤਰੀਕਾ ਸਫਲ ਰਹੇਗਾ। ਜੇ ਕਿਸੇ ਨੂੰ ਨਹੀਂ ਲੱਗਦਾ ਉਹ ਵੀ ਵੈਲਕਮ ਆ। ਸੋ ਇੰਨੀਆਂ ਕੁ ਬੇਨਤੀਆਂ ਖਾਲਸਾ ਜੀ, ਉਸ ਯੋਧੇ ਦੇ ਸ਼ਹੀਦੀ ਦਿਹਾੜੇ ਉੱਤੇ ਮੈਂ ਅੱਜ ਮਾਣ ਮਹਿਸੂਸ ਕਰਦਾ। ਮੈਂ ਤੁਹਾਨੂੰ ਚਾਹੁੰਦਾ ਕਿ ਤੁਸੀਂ ਵੀ ਮਾਯੂਸ ਨਾ ਹੋਵੋ, ਮਾਣ ਮਹਿਸੂਸ ਕਰੋ। ਇਤਿਹਾਸ ਲਹੂ ਨਾਲ ਲਿਖਿਆ ਜਾਂਦਾ, ਲਹੂ ਤੋਂ ਬਿਨਾਂ ਇਤਿਹਾਸ ਕਦੇ ਨਹੀਂ ਲਿਖਿਆ ਜਾਂਦਾ। ਇੰਨੀਆਂ ਕੁ ਬੇਨਤੀਆਂ ਦੱਸਦੀਆਂ, ਸੋ ਕੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਹੈ ਵੀਰ ਸਾਬੀ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਸੰਗਤਾਂ ਨੂੰ ਜੋ ਸਮੇਂ ਦੇ ਹਾਲਾਤ ਹਨ, ਕਿਵੇਂ ਅਸੀਂ ਆਪਣੇ ਰਾਜ ਦੀ ਪ੍ਰਾਪਤੀ ਕਰਨੀ ਹੈ, ਕਿਵੇਂ ਆਪਾਂ ਆਪਣੇ ਘਰ ਵੱਲ ਵਧਣਾ ਹੈ, ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਗੁਰੂ ਪਿਆਰ ਵਾਲਿਓ, ਜਿਨ੍ਹਾਂ ਦੇ ਗਦਰੀ ਬਾਬਿਆਂ ਦੇ ਸਥਾਨ ਦੇ ਉੱਤੇ ਆਪਾਂ ਬੈਠੇ ਹਾਂ, ਉਹਨਾਂ ਦਾ ਇੰਨਾ ਪਰਉਪਕਾਰ ਹੈ ਸਾਡੇ ਉੱਤੇ ਕਿ ਜੇ ਅਸੀਂ ਹਜ਼ਾਰਾਂ ਵਾਰ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰੀਏ ਤਾਂ ਵੀ ਥੋੜਾ ਹੈ। ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਖਾਲਸੇ ਨੇ ਹਮੇਸ਼ਾ ਹੀ ਸਾਰਿਆਂ ਦਾ ਸਾਥ ਮਾਣਿਆ ਹੈ ਤੇ ਖਾਲਸੇ ਨੇ ਹਮੇਸ਼ਾ ਹੀ ਸਾਰਿਆਂ ਦਾ ਸਾਥ ਦਿੱਤਾ ਹੈ। ਮੈਂ ਜਿਸ ਹਾਲ ਵਿੱਚ ਤੁਸੀਂ ਬੈਠੇ ਹਾਂ, ਇਸ ਹਾਲ ਦੀ ਇੱਕ ਛੋਟੀ ਜਿਹੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਉਸ ਤੋਂ ਉਪਰੰਤ ਦੀਵਾਨ ਦੀ ਸਮਾਪਤੀ ਹੋਵੇਗੀ। ਫਰਾਈਡੇ ਵਾਲੇ ਦਿਨ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਮੁਸਲਮਾਨਾਂ ਦਾ ਜੁਮਾ ਹੁੰਦਾ ਹੈ ਤੇ ਉਹ ਨਮਾਜ਼ ਪੜ੍ਹਦੇ ਹਨ। ਕੋਈ ਸਮਾਂ ਇਸ ਧਰਤੀ ਦੇ ਉੱਤੇ ਇਹੋ ਜਿਹਾ ਵੀ ਸੀ ਜਦੋਂ ਉਹਨਾਂ ਦੇ ਪਾਸ ਕੋਈ ਮਸਜਿਦ ਨਹੀਂ ਸੀ ਹੁੰਦੀ ਨਮਾਜ਼ ਪੜ੍ਹਨ ਵਾਸਤੇ। ਤੇ ਸ਼ੁੱਕਰਵਾਰ ਨੂੰ ਜਿਵੇਂ ਆਪਾਂ ਮਹਾਰਾਜ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਸਾਹਿਬ ਰੱਖੇ ਹਨ, ਆਪਾਂ ਸਾਰੇ ਇਸ ਸਥਾਨ ਤੇ ਗੁਰੂ ਚਰਨਾਂ ਦੇ ਵਿੱਚ ਬੈਠੇ ਹਾਂ।
ਇਹ ਸਥਾਨ ਸ਼ੁੱਕਰਵਾਰ ਨੂੰ ਮੁਸਲਮਾਨਾਂ ਨੂੰ ਵੀਰਾਂ ਨੂੰ ਦੇ ਦਿੱਤਾ ਜਾਂਦਾ ਸੀ ਕਿ ਉਹ ਆਪਣੀ ਮਸਜਿਦ ਦਾ ਰੂਪ ਇਹਦੇ ਵਿੱਚ ਕਨਵਰਟ ਕਰ ਲੈਣ ਤੇ ਆਪਣੀ ਨਮਾਜ਼ ਇੱਥੇ ਅਦਾ ਕਰ ਸਕਣ। ਇਸੇ ਕਰਕੇ ਖਾਲਸੇ ਨੇ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਹੈ। ਆਪਾਂ ਸਾਰਿਆਂ ਨੇ ਆਪਣੀਆਂ ਨਿੱਜੀ ਰੰਜਿਸ਼ਾਂ ਨੂੰ ਛੱਡਦਿਆਂ ਹੋਇਆਂ ਆਪਣੇ ਦਰ ਘਰ ਦੀ ਪ੍ਰਾਪਤੀ ਵਾਸਤੇ ਆਪਣੇ ਤੌਰ ਦੇ ਉੱਤੇ ਜਿੰਨਾ ਵੀ ਬਣਦਾ ਹੈ ਯੋਗਦਾਨ ਉਹ ਪਾਓ। ਕਿਉਂ? ਸਾਨੂੰ ਸਾਰਿਆਂ ਨੂੰ ਲੋੜ ਹੈ। ਮੈਂ ਵੀ ਚਾਹੁੰਦਾ ਹਾਂ ਮੇਰੇ ਬੱਚੇ ਇੱਥੋਂ ਜਾਣ ਤੇ ਉੱਥੇ ਸੁਰੱਖਿਅਤ ਫੀਲ ਕਰਨ। ਮੇਰੀ ਅੱਜ ਇੰਨੀ ਹਿੰਮਤ ਨਹੀਂ ਕਿ ਮੇਰੀ 18-20 ਸਾਲ ਦੀ ਲੜਕੀ ਮੈਂ ਉਹਨੂੰ ਇਕੱਲਿਆਂ ਨੂੰ ਇੰਡੀਆ ਭੇਜ ਸਕਾਂ। ਮੈਂ ਚਾਹੁੰਦਾ ਹਾਂ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ, ਜਿਵੇਂ ਗੁਰੂ ਪਾਤਸ਼ਾਹ ਨੇ ਪੰਜਾਬ ਦੀ ਧਰਤੀ ਤੋਂ ਆ ਕੇ ਇਸ ਸਥਾਨ ਦੇ ਉੱਤੇ ਬਿਰਾਜਮਾਨ ਹੋ ਕੇ ਆਪਣੇ ਬੱਚਿਆਂ ਦੀ ਬਾਹ ਫੜੀ, ਅੱਜ ਗੁਰੂ ਪਾਤਸ਼ਾਹ ਕਿਰਪਾ ਕਰਨ ਉਸ ਸਥਾਨ ਤੇ ਵੀ ਆਪਣੇ ਬੱਚਿਆਂ ਦੀ ਬਾਹ ਫੜਨ, ਉਸ ਸਥਾਨ ਤੇ ਵੀ ਆਪਣੇ ਬੱਚਿਆਂ ਦੀ ਆਪ ਰੱਖਿਆ ਕਰਨ, ਸਾਨੂੰ ਸਾਡੇ ਦਰ ਘਰ ਦੀ ਪ੍ਰਾਪਤੀ ਹੋ ਸਕੇ। ਮੈਂ ਮੀਡੀਆ ਦੇ ਥਰੂ ਇਹੀ ਗੱਲ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਦਰੀ ਬਾਬਿਆਂ ਦਾ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਗੁਰੂ ਪਿਆਰ ਵਾਲਿਓ, ਆਪਸੀ ਪਿਆਰ ਤੋਂ ਬਗੈਰ ਕੋਈ ਵੀ ਗੱਲ ਨਹੀਂ ਹੋ ਸਕਦੀ। ਜਿਵੇਂ ਆਪਾਂ ਜਾਣਦੇ ਹਾਂ ਕਿ ਗੁਰੂ ਪਾਤਸ਼ਾਹ ਕਹਿੰਦੇ ਹਨ, ਏਕ ਪਿਤਾ ਇੱਕ ਸਕੇ ਹਮ ਬਾਰ। ਸਾਡਾ ਗੁਰੂ ਪਿਤਾ ਇੱਕ ਹੈ, ਅਸੀਂ ਉਹਦੇ ਬੱਚੇ ਹਾਂ, ਉਹਦੇ ਧੀਆਂ ਪੁੱਤਰ ਬਣੀਏ ਤੇ ਆਪਣੇ ਦਰ ਘਰ ਦੀ ਪ੍ਰਾਪਤੀ ਗੁਰੂ ਪਾਸੋਂ ਮੰਗੀਏ। ਤੇ ਆਪ ਜਿੱਦਾਂ ਦੇ ਗੁਰੂ ਪਾਤਸ਼ਾਹ ਨੇ ਸਾਨੂੰ ਬਣਾਇਆ ਸੀ, ਜਿੱਦਾਂ ਦੇ ਬੱਚੇ ਗੁਰੂ ਪਾਤਸ਼ਾਹ ਦੇ ਸਨ ਕਿ ਉਹ ਚਮਕੌਰ ਦੀ ਗੜੀ ਦੇ ਵਿੱਚੋਂ ਵੀ ਆਪਣੇ ਪਿਤਾ ਨੂੰ ਫਤਿਹ ਬੁਲਾ ਕੇ ਬਾਹਰ ਜੰਗ ਦੇ ਮੈਦਾਨ ਵਿੱਚ ਜਾਂਦੇ ਹਨ। ਪਤਾ ਹੈ ਕਿ ਸਾਡੀ ਵਾਪਸੀ ਸੰਭਵ ਨਹੀਂ ਹੈ, ਸਾਡੀ ਵਾਪਸੀ ਮੁੜ ਆਉਣਾ ਇਹਨੇ ਦੁਸ਼ਮਣਾਂ ਦੇ ਵਿੱਚੋਂ ਸੰਭਵ ਨਹੀਂ ਹੈ, ਪਰ ਆਪਣੇ ਗੁਰੂ ਪਿਤਾ ਦੇ ਬਚਨਾਂ ਨੂੰ ਠੋਕ ਕੇ ਬਜਾਇਆ ਹੈ। ਇਸ ਕਰਕੇ ਸਾਨੂੰ ਵੀ ਉਹੋ ਜਿਹੀ ਸਮੱਤ ਗੁਰੂ ਪਾਤਸ਼ਾਹ ਤੋਂ ਲੈ ਕੇ ਉਹਨਾਂ ਦੇ ਗੁਰੂ ਪਾਤਸ਼ਾਹ ਦੇ ਜੋ ਉਹਨਾਂ ਨੇ ਸਾਡੇ ਵਾਸਤੇ ਜੋ ਮਾਰਗ ਬਣਾਏ ਹਨ ਉਹਨਾਂ ਉੱਤੇ ਚੱਲਣ ਦੀ ਲੋੜ ਹੈ। ਫਿਰ ਇੱਕ ਵਾਰੀ ਬੇਨਤੀ ਕਰਦਾ ਹਾਂ ਗਦਰੀ ਬਾਬਿਆਂ ਦੇ ਇਸ ਇਤਿਹਾਸਕ ਸਥਾਨ ਦੇ ਉੱਤੋਂ ਕਿ ਗਦਰੀ ਬਾਬਿਆਂ ਨੇ ਜੋ ਪੂਰਨੇ ਪਾਏ ਹਨ, ਜੋ ਸਾਨੂੰ ਲੜਾਈ ਦੇ ਵਿੱਚ ਜੂਝਣ ਵਾਸਤੇ, ਜੋ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਜੋ ਉਹਨਾਂ ਨੇ ਇੱਕ ਚਿਣਕ ਲਾਈ ਸੀ, ਅੱਜ ਉਹ ਅੰਗਿਆਰ ਦਾ ਰੂਪ ਧਾਰਨ ਕਰੇ। 2020 ਰੈਫਰੈਂਡਮ ਸਫਲਤਾਪੂਰਵਕ ਹੋਵੇ ਤੇ ਗੁਰੂ ਪਾਤਸ਼ਾਹ ਸਾਨੂੰ ਦਰ ਘਰ ਦੀ, ਸਾਡੇ ਆਪਣੇ ਓਨ ਘਰ ਦੀ ਪ੍ਰਾਪਤੀ ਹੋਵੇ। ਆਓ ਇੱਥੇ ਹੀ ਦੀਵਾਨਾਂ ਦੀ ਸਮਾਪਤੀ ਹੈ, ਕਿਉਂਕਿ ਬਾਹਰ ਜੋ ਗੱਤਕੇ ਦਾ ਅਖਾੜਾ ਹੈ ਉਸ ਦੀ ਆਰੰਭਤਾ ਹੋ ਚੁੱਕੀ ਹੈ। ਆਪਾਂ ਅਰਦਾਸ ਬੇਨਤੀ ਕਰਕੇ ਮਹਾਰਾਜ ਦੇ ਸੁੱਖ ਹਸਨ ਕਰਕੇ ਤੇ ਨਾਲ ਬਾਹਰ ਜਾ ਕੇ ਜੋ ਅਖਾੜੇ ਦਾ ਆਨੰਦ ਮਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। भगवती जी सहाय। वार श्री भगवती जी की पातशाही दसवीं प्रथम भगवती सिमरखा गुरु नानक लें त्याई फिर अंगद गुरतेम अरदास रामदास सिंह सहाय। अर्जुन हर गोबिंद नाम सिमरऊं श्री हर राय श्री हर कृष्ण त्याई जय डिठा स दुख जाए। तेग बहादुर सिमरे करन दया वताए सब थाई हुई सहाय। दसवीं पातशाह श्री गुरु गोबिंद सिंह जी सब थाई हुई सहाय। दसवें पातशाहियों की जोत श्री गुरु ग्रंथ साहिब जी के पाठ दीदार का ध्यान करके बोलो जी हे निमाणे दे मान निताणे दे तान ड्योटियां दी ओट गुरु गरीब निवास धन धन श्री गुरु ग्रंथ साहिब महाराज जी आप जी की महान बख्शे कृपा दयालता सदका स्टॉकटन दी समूह संगतां सेवादारां दे वल्लों रल मिल के परसों रोज तो लैके धन श्री गुरु अर्जन देव महाराज छे पातशाह जी आप जी के पावन शहीदी दिहाड़े के संबंध दे विच और 1978-1984 दे ਸਮੂਹ ਸ਼ਹੀਦਾਂ ਨੂੰ ਯਾਦ ਸਮਰਪਿਤ ਸਤਿਗੁਰੂ ਜੀ ਸ਼ਹੀਦੀ ਸਮਾਗਮ ਕੀਤੇ ਗਏ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਹੋਈਆਂ ਉਪਰੰਤ ਕਥਾ ਕੀਰਤਨ ਗੁਰਮਤਿ ਵਿਚਾਰਾਂ ਦੀ ਸਮਾਪਤੀ ਤੋਂ ਉਪਰੰਤ ਸਤਿਗੁਰੂ ਜੀ ਆਪ ਜੀ ਦੇ ਦੀਵਾਨਾਂ ਦੀ ਸੰਪੂਰਨਤਾ ਸੰਪੰਨਤਾ ਬਖਸ਼ਿਸ਼ ਕੀਤੀ ਹੈ। ਆਪ ਜੀ ਕਿਰਪਾ ਕਰੋ ਸਤਿਗੁਰੂ ਜੀ ਪਾਵਨ ਸ਼੍ਰੀ ਮੁਖ ਵਾਕ ਦੁਆਰਾ ਉਪਰੰਤ ਸਤਿਗੁਰੂ ਜੀ ਆਪ ਆਪਣੇ ਨਿੱਜੀ ਸਥਾਨਾਂ ਤੇ ਸੁਭਾਈਮਾਨ ਹੋਣ। ਅਸੀਂ ਪਿਆਰੇ ਮੇਲ ਜਿਨ੍ਹਾਂ ਮਿਲਨ ਤੇਰੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕੈ ਸੇਵਕ ਜਨ ਮਾਨੈ
ਪ੍ਰਤੱਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਓਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਓਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁਖ ਰਹਾਉ ਓਟ ਜਨਮ ਕੇ ਕਿਰਵਿਖ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੇ ਭੁਖ ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨ ਧੁਖ ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨ ਧੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ